वाहिगुरु जी का खालसा वाहिगुरु जी की फतेह। सतगुरां दी अमृतमई गोद विच बड़े ही प्रेम सहत शाम दे दीवाना विच आप जी जुड़ बैठे हो। सुभागा समा मिले सतगुरां दे प्रेम दे विच इहनूं सफला बनाइए। गुर इतिहास जी की पावन कथा दे विचों आप जी ने सरवण कीता सी धन धन श्री गुरु नानक देव जी महाराज। बड़ा ही गहरा ते प्रेम भरिया उपदेश राजा शिवनाग ते ओदी जुड़ी हुई संगत नूं बख्श रहे ने, जिस विचों आप जी ने सरवण कीता सी ध्यान की है। दो प्रकार की समाधि कैसी है, किन्ना गुणा करके मन के ख्यालों तो बचिया जा सकता है। बड़े विस्तार सहित सरवण कीता। कोई अंश इस उपदेश दे बचे ने सुआओ अज सांझ पाइए। आसीस बख्शो गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। वृत आरूढ़ जोग में जो लो लेता ही को रस सुब तोलो। दीन दुनिया दे मालक दयालु सतगुरु गुरु नानक साहब जी महाराज राजे शिवनाग नूं संबोधन करके उपदेश दे रहे। भाई बाला जी भाई मरदाना जी सतगुरां दे नाल बैठ के इस बचन का आनंद माण रहे हैं। जदों कोई योगी साधु प्राणायाम करता है, अपनी सुरत नूं जोड़दा है, जदों तक चौकड़े विच बैठदा है कहंदे उदों तक ही उहदी सुरत एकाग्र रहिंदी है। योग कहंदे आ जुड़न नूं। पर पूर्ण साधु रब दे प्यारिओ तुरदे फिरदे उठदे बहिंदे भी सुरत करके एकाग्र चित रहिंदे। जदों चाहो इच्छा होवे सुरत विच उठ सकदे आ, पर जिस वेले चौंकड़ा ला के बहिंदे आ अंदरों एकाग्र चित रहिंदे आ। एकाग्र होना कोई ख्याल ना आउणा, खुरना ना बनना। साडे जीवन दे विच असी बहुतात विच गल्लां वड्डियां करदे आ, पर एक सैकंड भी किते मन टिक जावे ते बहुत वड्डा आनंद है। मिनट ते 2 मिनट ते एक पहाड़ जिहड़ा है, एक सैकंड टिक गए। पर जुड़े हुए रब दे प्यारे अपने सुरत नूं सिमरन विच जोड़ के रख, ध्यान नूं परमात्मा विच केंद्रित रखदे ने। उत्तर है वृत जोगते जब ही गुरु वाणी सो परच है तब ही। जदों वो अपनी बिरती नूं ला लैंदे आ दसम द्वार चों, वो फिर इत्थे दुनिया दीयां गल्लां ते झक नहीं मारदे, कहंदे फिर गुरबाणी गाउंदे आ। अपने गुरु दे वचनां नूं दुनिया नूं सुणाउंदे आ, जपदे आ ते जपाउंदे आ। जुड़ियां दी ये निशानी है।
ਜਦੋਂ ਤੱਕ ਉਹ ਸਮਾਧੀ 'ਚ ਬੈਠੇ ਰਹੇ ਆ ਉਦੋਂ ਵੀ ਨਿਰੰਕਾਰ ਨਾਲ ਜੁੜੇ, ਪਰ ਜਦੋਂ ਦੁਨੀਆ ਦੇ ਵਿੱਚ ਸੁਰਤ ਕਰਕੇ ਆ ਗਏ ਨਾ, ਕਹਿੰਦੇ ਉਦੋਂ ਵੀ ਉਹਨਾਂ ਦੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ, ਪਰਮੇਸ਼ਰ ਦਾ ਨਾਮ ਜਪਦੇ ਨੇ। ਐਸੇ ਵੀ ਬਹੁ ਕੋ ਕਲਿਆਣਾ, ਭਏ ਜਗਤ ਕੇ ਬੰਧਨ ਹਨਾ। ਇਸ ਤਰੀਕੇ ਦੇ ਨਾਲ ਕਹਿੰਦੇ ਜਗ ਦੇ ਬੰਧਨ ਕੱਟੇ ਜਾਂਦੇ ਆ ਤੇ ਜੀਵਨ ਦਾ ਕਲਿਆਣ ਹੋ ਜਾਂਦਾ ਹੈ, ਕਿਉਂਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਜਦੋਂ ਮਨ ਸਿਮਰਨ ਕਰਦਾ ਹੈ, ਸਿਮਰਨ ਦਾ ਅਰਥ ਹੁੰਦਾ ਚੇਤੇ ਕਰਨਾ, ਯਾਦ ਕਰਨਾ। ਸਿਮਰਨ ਦਾ ਅਰਥ ਰੱਟ ਲਾਉਣਾ ਨਹੀਂ ਹੈ। ਸਿਮਰਨ ਦਾ ਭਾਵ ਹੁੰਦਾ ਏ ਖਿਆਲ ਵਿੱਚ ਰੱਖਣਾ, ਧਿਆਨ ਵਿੱਚ ਰੱਖਣਾ। ਜਦੋਂ ਕਹਿੰਦੇ ਰੱਬ ਨੂੰ ਧਿਆਨ ਵਿੱਚ ਰੱਖਣਾ ਹੈ, ਉਹਦਾ ਸਿਮਰਨ ਕਰਨਾ ਹੈ, ਤੇ ਤਨ ਮਨ ਕਰਕੇ ਨਿਹਾਲ ਹੋ ਜਾਂਦੇ ਨੇ। ਤਨ ਮਨ ਹੋਏ ਨਿਹਾਲ, ਜਾਗੋ ਦੇਖਾ ਸਾਹਮਣੇ। ਜਦੋਂ ਜਪ ਜਪ ਕੇ ਉਹ ਪਿਆਰਾ ਸੱਜਣ ਅੱਖਾਂ ਦੇ ਸਾਹਮਣੇ ਵੇਖ ਲਿਆ ਨਾ, ਜੀਵਨ ਮੁਕਤ ਹੁੰਦੇ ਨੇ। ਦੂਜਾ ਭਗਤ ਜੋਗ ਕੋ ਪੰਥਾ, ਅਸ਼ਟ ਅੰਗ ਤੇ ਭਾਖਤ ਗ੍ਰੰਥਾ। ਦੀਨ ਦੁਨੀਆ ਦੇ ਮਾਲਕ ਸਤਿਗੁਰ ਕਹਿੰਦੇ ਇਹ ਸੀ ਕਸ਼ਟ ਯੋਗ, ਜਿਹ ਧਿਆਨ ਜੋੜਨਾ ਪੈਂਦਾ ਹੈ, ਮਨ ਇਕਾਗਰ ਬਣਾਉਣਾ ਪੈਂਦਾ ਧੱਕੇ ਨਾਲ। ਪਰ ਕਹਿੰਦੇ ਅੱਜ ਦੇ ਸਮੇਂ ਵਿੱਚ ਭਗਤੀ ਯੋਗ ਕੀ ਹੈ, ਕਿਉਂਕਿ ਵੇਲਾ ਕਲਯੁਗ ਦਾ। ਸਾਡੇ ਕੋਲ ਇੰਨਾ ਸਮਾਂ ਕਿਤੇ ਅਸੀਂ ਤਪੱਸਿਆ ਕਰ ਲਈਏ, ਪ੍ਰਾਣਾਯਾਮ ਕਰ ਲਈਏ, ਕੋਈ ਆਸਣ ਲਾ ਲਈਏ। ਰਾਜੇ ਨੂੰ ਗੁਰੂ ਸਾਹਿਬ ਸੰਬੋਧਨ ਕਰਦੇ ਆ ਕਿ ਉਮਰਾਂ ਬੜੀਆਂ ਛੋਟੀਆਂ ਨੇ ਕਲਯੁਗ ਦੇ ਸਮੇਂ ਦੇ ਵਿੱਚ। ਭਾਈ ਕਸ਼ਟ ਯੋਗ ਸੀ ਪੁਰਾਣੇ ਯੋਗੀਆਂ ਦਾ, ਪਰ ਇਸ ਕਲਯੁਗ ਦੇ ਭਿਆਨਕ ਦੌਰ ਦੇ ਵਿੱਚ ਅਸੀਂ ਆਪਣੇ ਸਿੱਖਾਂ ਨੂੰ ਬਖਸ਼ਿਆ ਯੋਗ ਭਗਤੀ ਦਾ। ਉਹ ਕਿਹੜਾ ਸੌਖਾ ਤਰੀਕਾ ਹੈ ਜਿਹਦੇ ਨਾਲ ਰੱਬ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ, ਰੱਬ ਦਾ ਰੂਪ ਬਣਿਆ ਜਾ ਸਕਦਾ ਏ। ਪ੍ਰਿਥਮੈ ਯਮ ਮਨ ਰਾਖਣ ਨੀਵਾ, ਨਿਜ ਗੁਣ ਤੇ ਨਿਰਮਾਨਸ ਦੀਵਾ। ਭਗਤੀ ਦੇ 10 ਯਮ ਹਨ। ਸਤਿਗੁਰ ਕਹਿੰਦੇ ਪਹਿਲਾ ਆਪਣਾ ਮਨ ਨੀਵਾਂ ਰੱਖਣਾ, ਨਿਮਰਤਾ ਦੇ ਵਿੱਚ, ਹੰਕਾਰ ਨਹੀਂ ਕਰਨਾ, ਕੌੜੇ ਸ਼ਬਦ ਨਹੀਂ ਬੋਲਣੇ। ਕਹਿੰਦੇ ਜ਼ੁਬਾਨ ਤੋਂ ਜਦ ਵੀ ਬੋਲਣਾ ਹੈ ਕੋਸ਼ਿਸ਼ ਕਰਨੀ ਹੈ ਮੈਂ ਚੰਗਾ ਹੀ ਬੋਲਾਂ, ਮੇਰੇ ਬੋਲ ਕਿਸੇ ਦਾ ਦਿਲ ਨਾ ਦਿਖਾਉਣ। ਇਹ ਨਿਰਵਾਣਤਾ ਹੈ ਜੀ। ਪਹਿਲਾ ਗੁਣ ਇਹੀ ਹੈ। ਕਹਿੰਦੇ ਸਿੱਖ ਨੇ ਮਨ ਨੀਵਾ ਕਰਕੇ ਰੱਖਣਾ। ਨਿੱਤ ਅਰਦਾਸ ਕਰਦੇ ਹਨ, ਮਨ ਨੀਵਾ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਮਨ ਨੀਵਾ ਹੋਣਾ ਚਾਹੀਦਾ, ਮਤ ਸੋਚ ਦਾ ਪੈਡਾ ਉੱਚਾ ਹੋਣਾ ਚਾਹੀਦਾ ਹੈ। ਇਸ ਮਤ ਅਤੇ ਪਤ ਦਾ ਰਾਖਾ ਪਰਮੇਸ਼ਵਰ ਵਾਹਿਗੁਰੂ ਆਪ ਹੈ, ਪਰ ਉਦੋਂ ਹੋਏਗਾ ਰਾਖਾ ਜਿੱਦਣ ਮਨ ਨੀਵਾ ਕਰਕੇ ਤੁਰੇਗਾ। ਅੱਜ ਸਾਡੀ ਮਤ ਨੀਵੀਂ ਹੋ ਗਈ, ਮਨ ਉੱਚਾ ਹੋਇਆ ਫਿਰਦਾ ਹੈ। ਇਸੇ ਕਰਕੇ ਹਰ ਬੰਦਾ ਅੱਜ ਦੁਨੀਆ ਦਾ ਦੁਖੀ ਹੈ, ਪਰ ਗੁਰੂ ਸਾਹਿਬ ਕਹਿੰਦੇ ਮਨ ਨੀਵਾ ਕਰਕੇ ਰਸਨਾ ਤੋਂ ਸ਼ੁਭ ਬਚਨ ਬੋਲਣੇ ਨੇ। ਦੂਜੋ ਨੇਮ ਜਾਏ ਸਤ ਸੰਗਤ, ਕਥਾ ਕੀਰਤਨ ਸੁਣ ਮਿਲ ਪੰਗਤ। ਪਹਿਲਾ ਯਮ ਸੀ ਇਹ ਵੀ ਮਨ ਨੀਵਾ ਕਰਨਾ, ਫਿਰ ਦੂਜਾ ਆਇਆ ਨੇਮ। ਕਹਿੰਦੇ ਨਿਤ ਸਤ ਸੰਗਤ ਵਿੱਚ ਜਾਣਾ, ਕਥਾ ਤੇ ਕੀਰਤਨ ਨੂੰ ਸੁਣ ਕੇ ਆਪਣੇ ਜੀਵਨ ਦੀ ਖੁਰਾਕ ਬਣਾਉਣਾ। ਇਹ ਨੇਮ ਹੈ, ਨਿਯਮ ਹੈ ਸਿੱਖ ਦਾ। ਜਦੋਂ 52 ਹੁਕਮ ਆਪਾਂ ਸਤਿਗੁਰਾਂ ਦੇ ਪੜ੍ਹਦੇ ਆ ਨਾ, ਗੁਰੂ ਕਲਗੀਧਰ ਜੀ ਦੇ, ਗੁਰੂ ਸਾਹਿਬ ਨੇ ਆਖਿਆ ਸਿੱਖਾਂ ਨਿਤ ਕਥਾ ਸੁਣਿਆ ਕਰ, ਨਿਤ ਬਾਣੀ ਨੂੰ ਸੁਣਿਆ ਕਰ, ਗਾਇਆ ਕਰ। ਇਹ ਸਿੱਖ ਦੇ ਜੀਵਨ ਦੀ ਰੁਟੀਨ ਹੈ। ਕੱਲਾ ਅੰਮ੍ਰਿਤ ਛਕਿਆ ਕੁਝ ਨਹੀਂ ਹੋਣਾ ਜੇ ਸਿੱਖ ਨੇ ਸੰਗਤੀ ਨਾ ਕੀਤੀ, ਬੂਟਾ ਲਾ ਦਿੱਤਾ ਪਰ ਪਾਣੀ ਕਦੇ ਨਹੀਂ ਪਾਇਆ, ਕਾਟ ਛਾਟ ਨਾ ਕੀਤੀ, ਕੀ ਲੱਗੇਗਾ ਉਸ ਪੌਦੇ ਨੂੰ? ਕੱਲਾ ਬੀਆਬਾਨ ਵਿੱਚ ਸੜ ਸੁੜ ਜਾਏਗਾ। ਗੁਰੂ ਵਾਲੇ ਵੀ ਬਣ ਗਏ ਪਰ ਗੁਰੂ ਦੀ ਕਥਾ ਨਾ ਕਦੇ ਸੁਣੀ, ਕੀਰਤਨ ਨਾ ਸੁਣਿਆ, ਬਾਣੀ ਨਾ ਸੁਣੀ। ਸਤਿਗੁਰ ਕਹਿੰਦੇ ਸਿੱਖੀ ਦਾ ਬੂਟਾ ਤੇਰੇ ਜੀਵਨ ਚ ਪ੍ਰਫੁੱਲਤ ਕਿਵੇਂ ਹੋਏਗਾ? ਨੇਮ ਬਣਾ ਲੈ ਸਿੱਖਾ, ਇਹ ਤੇਰੀ ਭਗਤੀ ਹੈ। ਦੇਖੋ ਕਿੱਡਾ ਸੌਖਾ ਮਾਰਗ ਮਰਜ ਨੇ ਦਿੱਤਾ। ਕਹਿੰਦੇ ਮਨ ਕਰਕੇ ਨਿਮਰਤਾ ਰੱਖਿਆ ਕਰ, ਸੰਗਤ ਵਿੱਚ ਬਹਿ ਕੇ ਗੁਰੂ ਦੀ ਕਥਾ ਸੁਣਿਆ ਕਰ, ਇਹ ਤੇਰੀ ਬਹੁਤ ਵੱਡੀ ਭਗਤੀ ਹੈ। ਇਹਨੂੰ ਕਹਿੰਦੇ ਕਥਾ ਭਗਤੀ।
सुनना ते सुनाना बहुत बड़ी तपस्या है। पर जे सुनाउण वाले दा मन भी नीवा ते सुनन वाले दा गल तां बननी संगत कीते नाल। क्योंकि संगत ये चज आचार सिखाउंदी है, बैठना किवें आ, उठना किवें आ, चलना किवें आ, बोलना किवें आ। गुरु साहब कहते नित दा नेम बना लै, नित नेम तेरा होवे, निजम होवे, संगत विच बैठना, गुरु दी कथा सुननी, गुरु दी बाणी सुननी है। दोहरा पढ़ न शकत जे होवई, पढ़े नेम कर सोए। अगला गुण दसदे आ, कहते जे किसे कोल पढ़न दी समर्था है, कोई गुरमुखी जानदा है, पंजाबी भाषा जानदा है, कहते वो कोशिश करे बाणी नूं आप पढ़े। चलो जे कोई अनपढ़ है, पढ़ ही नहीं सकता, अखरां दी पछाण ही नहीं, कहते वो कोशिश करे सुन ते सकदा है, वो बाणी सुन ले, कथा सुन ले, कीर्तन सुन ले, कहते नेम उहदा भी रहे। पंज प्यारे जदों भी अमृत छकाउंदे आ सिद्धा कहंदे आ भाई जे सत्तां बाणियां दा नितनेम नहीं कर सकदे ते 2.5 घंटे सिमरन करया करो जिहनूं बाणी पढ़नी नहीं आउंदी। दिन दे 2.5 घंटे कढणे आ वाहिगुरू वाहिगुरू मूल मंत्र जपना। गुरु नानक साहब आखण लगे कि नित दा नेम बना लो, जे बाणी नहीं गा सकदे, नहीं पढ़ सकदे, नहीं पढ़नी आउंदी, कहंदे फिर सिमरन कर लिया करो। उस समय दौरान बाणी नूं सुनिया करो। सुनन शकत जे होवई, सुने सो एक मन होए। हुण सुनन दा लाभ ज्यादा है, सुनाउण नालों सुनना ज्यादा ज्यादा चंगा है। क्योंकि सुनन दी स्रोत जिड्डी गहरी होएगी, बंदे दा IQ लैवल उन्ना डाढा होएगा। ਜਿਹੜੇ ਲੋਕ ਸੁਣਨਾ ਘੱਟ ਤੇ ਸੁਣਾਉਣਾ ਜ਼ਿਆਦਾ ਜਾਣਦੇ ਆ ਨਾ, ਮਾਫ ਕਰਿਓ, ਉਹ ਨੌਲੇਜ ਦੇ ਮੁਤਾਜ ਹੋ ਜਾਂਦੇ ਆ, ਉਹ ਸੁਣ ਨਹੀਂ ਸਕਦੇ। ਕਿਉਂਕਿ ਸੁਣਨ ਦੀ ਸ਼ਕਤੀ ਬਹੁਤ ਵੱਡੀ ਹੈ। ਜਿਹੜੇ ਬੰਦੇ ਅੰਦਰ ਸੁਣਨ ਦਾ ਸੰਜਮ ਆ ਗਿਆ ਨਾ ਜੀ, ਉਹ ਇੰਨਾ ਗਹਿਰਾ ਇੰਨਾ ਡੂੰਘਾ ਹੋ ਜਾਂਦਾ ਹੈ। ਸਤਿਗੁਰ ਕਹਿੰਦੇ ਬਾਣੀ ਨੂੰ ਸੁਣਨ ਦਾ ਲਾਭ ਪੜ੍ਹਨ ਨਾਲੋਂ ਵੀ ਜ਼ਿਆਦਾ ਹੈ। ਇਸੇ ਕਰਕੇ ਕਹਿੰਦੇ ਆ ਨਾ, ਆਇਓ ਪੜ੍ਹਨ ਸੁਣਨ ਕੋ ਬਾਣੀ। ਆਏ ਕਾਹਦੇ ਵਾਸਤੇ ਆ? ਬਾਣੀ ਪੜ੍ਹਨ ਵਾਸਤੇ, ਬਾਣੀ ਸੁਣਨ ਵਾਸਤੇ। ਸੁਣੀਆਂ ਗੱਲਾਂ ਸਾਨੂੰ ਜ਼ਿਆਦਾ ਯਾਦ ਰਹਿੰਦੀਆਂ ਨੇ, ਪੜ੍ਹੀਆਂ ਘੱਟ ਰਹਿੰਦੀਆਂ। ਤੁਸੀਂ ਸਾਰੇ ਸਕੂਲਾਂ 'ਚ ਪੜ੍ਹੇ ਹੋ, ਬੇਸਿਕ ਸਾਡੀ 10ਵੀਂ ਹੈ, ਨਰਸਰੀ ਤੋਂ ਲੈ ਕੇ 10ਵੀਂ ਤੱਕ ਦੱਸੋ ਜੀ ਕਿਹਨੂੰ ਕਿਹਨੂੰ ਸਾਰਾ ਸਿਲੇਬਸ ਯਾਦ ਹੈ? ਯਾਦ ਕੱਖ ਵੀ ਨਹੀਂ ਪਤਾ ਹੈ। 30 ਸਾਲ ਪਹਿਲਾਂ ਕੀ ਸੀ, 40 ਸਾਲ ਪਹਿਲਾਂ ਕੀ ਸੀ, ਅੱਜ ਕੀ ਹੈ, ਭੁੱਲ ਜਾਂਦੇ। ਪਰ ਜੋ ਕੁਝ ਤੁਸੀਂ ਬਚਪਨ ਵਿੱਚ ਕਿਸੇ ਤੋਂ ਸੁਣਿਆ, ਕਿਸੇ ਬਜ਼ੁਰਗ ਨੇ ਕੋਈ ਕਹਾਣੀ ਸੁਣਾ ਦਿੱਤੀ, ਕਿਸੇ ਨੇ ਬੜੀ ਸੋਹਣੀ ਗੱਲ ਸੁਣਾਈ, ਸਕੂਲ ਦੇ ਟੀਚਰ ਨੇ ਕੋਈ ਇਹੋ ਜਿਹੀ ਗੱਲ ਸੁਣਾਤੀ, ਬੱਚੇ ਕਹਿੰਦੇ ਮੈਨੂੰ ਪੜ੍ਹਾਈ ਤਾਂ ਨਹੀਂ ਯਾਦ, ਮੈਨੂੰ ਇਹ ਵੀ ਨਹੀਂ ਪਤਾ ਕਲਾਸ ਕਿਹੜੀ ਸੀ, ਪਰ ਸਾਡਾ ਟੀਚਰ ਸਾਨੂੰ ਇੱਦਾਂ ਸਮਝਾਉਂਦਾ ਸੀ, ਆਹ ਗੱਲ ਕਹਿੰਦਾ ਸੀ। ਮਤਲਬ ਸੁਣਿਆ ਹੋਇਆ ਬੜੀ ਦੂਰ ਤੱਕ ਚੱਲਦਾ ਹੈ, ਪੜ੍ਹਿਆ ਕਿਤੇ ਨਾ ਕਿਤੇ ਘੱਟ ਜਾਂਦਾ ਹੈ। ਮਹਾਰਾਜ ਕਹਿੰਦੇ ਸੁਣਨ ਦੀ ਸ਼ਕਤੀ ਰੱਖੋ, ਸਹਿਣਸ਼ੀਲਤਾ ਨਾਲ ਸੁਣੋ। ਜਿਉਂ-ਜਿਉਂ ਸਰੋਤ ਗਹਿਰੀ ਹੁੰਦੀ ਜਾਏਗੀ ਤਿਉਂ-ਤਿਉਂ ਮਨ ਛੇਤੀ ਇਕਾਗਰ ਹੁੰਦਾ। ਸੁਭਾਵਿਕ ਗੱਲ ਹੈ ਜੀ, ਆਪਾਂ ਕੁਝ ਵੀ ਬੋਲੀਏ ਮਨ ਇਕਾਗਰ ਨਹੀਂ ਹੁੰਦਾ। ਦੁਖੀ ਹੋਈਏ ਨਾ ਬਹੁਤੇ, ਪਰੇਸ਼ਾਨ ਹੋਈਏ, ਕਥਾ ਸੁਣ ਲਈਏ, ਕੀਰਤਨ ਸੁਣ ਲਈਏ, ਬਾਣੀ ਸੁਣ ਲਈਏ, ਕਿਤੇ ਨਾ ਕਿਤੇ ਮਨ ਠਹਿਰਨ ਲੱਗ ਜਾਂਦਾ। ਪੜ੍ਹਿਆ ਇਹਨਾਂ ਨੇ ਠਹਿਰਦਾ ਜਿੰਨਾ ਸੁਣਿਆ ਉਹਨੂੰ। ਕਿਉਂਕਿ ਬੋਲਣ ਵੇਲੇ ਬੰਦਾ ਉਹਦਾ ਖਿਆਲ ਦੂਜਿਆਂ ਕੋਲ ਹੁੰਦਾ ਹੈ। ਅਸੀਂ ਕਥਾ ਕਰਦੇ, ਸਾਨੂੰ ਇਹ ਨਹੀਂ ਪਤਾ ਸੀ ਕੀ ਬੋਲ ਰਹੇ ਹਾਂ। ਸੁਭਾਵਿਕ ਗੱਲ ਹੈ, ਸਾਡਾ ਧਿਆਨ ਸੁਣਨ ਵਾਲਿਆਂ ਤੇ ਹੁੰਦਾ ਹੈ। ਹਰ ਬੁਲਾਰੇ ਦਾ ਧਿਆਨ ਹੋਏਗਾ ਸੁਣਨ ਵਾਲਿਆਂ ਤੇ, ਸਰੋਤਿਆਂ ਵੀ ਇਹ ਕੀ ਲਾਈਕ ਕਰਦੇ, ਕੀ ਅਨਲਾਈਕ ਕਰਦੇ। ਪਰ ਜਿਹੜਾ ਸੁਣਨ ਵਾਲਾ ਉਹਦੇ ਕੋਈ ਡਿਪਰੈਸ਼ਨ ਥੋੜੀ ਹੈ, ਕੋਈ ਟੈਨਸ਼ਨ ਥੋੜੀ, ਲੋੜ ਥੋੜੀ ਹੈ। ਉਹ ਨੇਤਰ ਬੰਦ ਕੀਤੇ ਬੜੇ ਆਰਾਮ ਨਾਲ ਬੈਠਾ, ਕੰਨ ਖੁੱਲੇ ਨੇ, ਕੱਲੀ ਕੱਲੀ ਗੱਲ ਸੁਣ ਕੇ ਉਹਨੂੰ ਵਿਚਾਰੀ ਜਾਂਦਾ, ਆਹ ਵੀ ਠੀਕ ਹੈ, ਆਹ ਵੀ ਠੀਕ ਹੈ, ਕਿੱਦਾਂ ਵੀ ਹੋਣਾ ਚਾਹੀਦਾ। ਮਤਲਬ ਕਹਿੰਦੇ ਜਿਉਂ-ਜਿਉਂ ਸਰੋਤ ਗਹਿਰੀ ਹੋਏਗੀ, ਸੰਗਤ ਵਿੱਚ ਬਹਿ ਕੇ ਨੇਮ ਵਧੇਗਾ, ਤਿਉਂ-ਤਿਉਂ ਮਨ ਹੋਰ ਇਕਾਗਰਚਿਤ ਹੁੰਦਾ ਜਾਏਗਾ। ਸੋ ਪਈ ਈਜੋ ਦੇਸ਼ ਇਕੰਤ ਬਖਾਨੈ, ਸਰਬ ਵਿਖੇ ਇੱਕ ਗੋਬਿੰਦ ਜਾਣੈ। ਜੋਗੀਆਂ ਸਾਧਾਂ ਦੇ ਵਿੱਚ ਸੀ ਤੀਜਾ ਗੁਣ ਇਕੰਤ ਦੇਸ਼। ਮਹਾਰਾਜ ਕਹਿੰਦੇ ਤੂੰ ਯੋਗ ਨਹੀਂ ਕਰਨਾ, ਇਕੰਤ ਕਿੱਦਾਂ ਮੰਨਣਾ ਹੈ? ਇੱਕ ਪਰਮਾਤਮਾ ਦਾ ਪਸਾਰਾ ਸਾਰਾ ਕਿਤੇ ਜਾਣਨਾ ਏ, ਕੱਲਾ ਮੰਨਣਾ ਨਹੀਂ ਹੈ। ਜਿੱਦਣ ਅਸੀਂ ਇਹ ਜਾਣਨ ਲੱਗੇ ਨਾ ਪਰਮੇਸ਼ਰ ਸਾਰਾ ਕਿਤੇ ਹੈ,
फिर एक छोटा जिहा जीव छोटी जी कीड़ी दे भी असीं पैर नहीं रख सकते, किसी को बुरा फसा नहीं सकते ते बुरा कह नहीं सकते। कहांगे किनू? सब गोबिंद है। माड़ा किनू कहां? बुरा आखांगी, बुराई देखांगी दे च, अवगण कड्डांगी दे विच। जद भी किते बुराई कड्डांगे अपने आप च कड्डांगे भी मेरे अवगण बड़े आ, दुनिया च ते गुण बड़े आ, मेरे नालों सारे चंगे पर सब तो बुरा ते मैं आ ना। ਇਹ ਹੈ ਧਰਮ ਦੀ ਵਿਦਿਆ। ਜਿੱਦਣੇ ਮੰਨਣਾ ਸ਼ੁਰੂ ਕਰਤਾ ਮਰਦ ਕਹਿੰਦੀ ਤੈਨੂੰ ਪਰਮਾਤਮਾ ਹਰ ਥਾਂ ਤੇ ਦਿਸੇਗਾ। ਰੱਬ ਹਰ ਥਾਂ ਸਾਨੂੰ ਕਿਉਂ ਨਹੀਂ ਦਿਸਦਾ? ਸਵਾਲ ਹੈ, ਕਿਉਂ ਨਹੀਂ ਨਜ਼ਰ ਆਉਂਦਾ ਜੀ? ਪੜ੍ਹਦੇ ਆ ਸੁਣਦੇ ਆ ਰੱਬ ਹਰ ਥਾਂ ਤੇ ਇਸ ਲਈ ਦਿਸਦਾ। ਸਾਨੂੰ ਲੱਗਦਾ ਹੈ ਅਸੀਂ ਚੰਗੇ ਬਹੁਤ ਆ, ਸਿਆਣੇ ਬੜੇ ਆ, ਸਮਝਦਾਰ ਆ, ਸਾਡੇ ਬਾਰੇ ਕੋਈ ਨਹੀਂ ਜਾਣਦਾ, ਪਰ ਦੁਨੀਆ ਵਿੱਚ ਔਗਣ ਬੜੇ, ਆ ਵੀ ਮਾੜਾ ਆ ਵੀ ਮਾੜਾ। ਜਦੋਂ ਸਾਨੂੰ ਦੂਜੇ ਦੀ ਬੁਰਾਈ ਦਿਸਦੀ ਤੇ ਰੱਬ ਕਿੱਥੋਂ ਦਿਸੇਗਾ? परमात्मा नजर उदो आएगा अपने अवगण ते दूजे दे गुण जिस दिन दसणगे। सतगुर कहते ये दात तैनूं प्राप्त होनी संगत विचों। संगत विचों सुणदे आ कबीर सब ते हम बुरे हम तज भलो सब कोई। भी सारी दुनिया तो वध जे कोई माड़ा है, जे कोई पापी है, वो मैं हां। ਇਹ ਮੰਨਣ ਦੀ ਗੱਲ ਹੈ, ਕਹਿਣ ਦੀ ਨਹੀਂ ਕਿ ਪੰਕਤੀ ਪੜ੍ਹ ਕੇ ਮੇਰੇ ਵਰਗੇ ਨੇ ਸੁਣਾਤੀ ਤੇ ਬਾਹਰ ਕੋਈ ਆਖੋ ਭਾਈ ਸਾਹਿਬ ਸਰ ਜੀ ਤੂੰ ਤੇ ਬੁਰਾ ਬੜਾ ਹੈ, ਗਲ ਪੈ ਜਾਣਾ ਵੀ ਉਹ ਕਹਿ ਕਿਵੇਂ ਗਿਆ ਤੂੰ। ਜਿੱਦਣ ਮੰਨ ਲਿਆ ਉਦਣ ਲੱਗਣਾ ਹੈ ਪਰਮਾਤਮਾ ਸਾਰਾ ਕਿਤੇ ਨਜ਼ਰੀਆ ਬਦਲ ਜਾਏਗਾ। ਮਰਦ ਕਹਿੰਦੇ ਇਹ ਗੁਣ ਇਕੰਤ ਦੇਸ਼ ਦਾ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਏ। ਔਰ ਦੂਸਰਾ ਲਖਈ ਨਾਹੀ एको व्यापक सब घट माही। एक व्यापक सारियां घटावां विच दिसदा ते दूजा ते है ही कोई नहीं। एको सिमरै नानका जो जल थल रहया समाए, दूजा काहे सिमरिया जो जमने ते मर जाए। दूजा ते है ही नहीं ना। गुरबाणी ने एक दा जिक्र कीता है, दूजा ते दोहां नूं कहंदे, पर साडे लई एक रब है, एक गुरु है, दूजा तीजा कोई साधु हो जाऊगा, चौथा कोई होर होगा। मर्द कहते नहीं साधु गोबिंद है, एक वो अद्वैत है, एक निरंकार है, एक ओंकार है। ये मनना है। कहण नूं ते सारे कहने हैं गौड़ इस बार गोरियां नूं पुछ लो भी कहते रब एक है, मुसलमान नूं पुछो कहते अल्लाह एक है, कोई कहता साडे 33 करोड़ ने, असीं भी कहने साडा एक है। जे एक का ते नफरत क्यों, वैर विरोध क्यों, एक दूजे के प्रति जहर क्यों? क्योंकि मन्निया नहीं, सिर्फ सुनिया ही है। और गुरु साहब कहते जिधर मनना शुरू करता ना भी अकाल एक है ते दूजा होना ही कोई नहीं, ते दूजा जो होना ही नहीं ते सानू दूजे अगे मत्था क्यों टेकना देगा? झुका सकता है कोई भी इत्थे मत्था टेक जाके इहनूं ना शिकार कर, ऐसा कदी होना। एक निरंकार नूं जिहने मन्निया वो एक दा स्वरूप हो जाएगा। चौथो आसन समझो चित करे गोबिंद बिखे बित बृत। मर्द कहते चौथा योग दा नियम की है? आसन। जिवें सिद्ध आसन ते पद्मासन सुने सी ना आप जी, वो ते बाहर दीयां गल्लां सी। आसन योग भगती योग की है? मर्द कहते अपने चित्त नूं ना आसन बना लै। तेरे इस चित्त दी सेजा ते तेरे हिरदे दी सेजा ते वाहिगुरु परमात्मा जी आप आके बैठणगे, क्योंकि वो हिरदे विच वसदा है। हिरदे च की है? सेज लगी है, जिथे परमेश्वर रहिंदा है, जिथे परमात्मा जी रहिंदे आ। मर्द कहते अपनी बिरती नूं अपने चित्त च टका के रखना, ये आसन ते बैठना। गुरु का प्यारा तुरदा फिरदा भी कदे डोलदा नहीं, वो भावे जिन्ने मर्जी काम करी जाए। हाथ पांव कर काम सब चीत निरंजन नाल, वो हत्थां पैरां तो काम करदा है, चित तो चेता करतार सज्जण वाहिगुरू दा रखदा है। कहंदे इस चित दे विच बिरती रखनी, ये साधु सिख दा आसन है। वो इस आसन तो कदे डोलदा नहीं। पंचम प्राणा जामिंग चीन पूरक कुंभक रेचक तीन। और पंजवे दा जिक्र करदे ने प्राणायाम। सतगुर कहते सिख ने नहीं करना, असीं कर रहे हैं साह चढ़ा चढ़ा के वाहिगुरू वाहिगुरू करना। किदां दा करना? कहते गुरमत दा प्राणायाम पूरक रेचक ते कुंभक।
ਇਹਨੂੰ ਕੀ ਕਹਿੰਦੇ ਆ? ਸਾਹਾਂ ਨੂੰ ਖਿੱਚਣਾ ਪੂਰਕ ਹੈ, ਸਾਹਾਂ ਨੂੰ ਰੋਕਣਾ ਕੁੰਭਕ ਹੈ। ਤੇਰੇ ਚਿਰ ਛੱਡ ਦੇਣਾ, ਪਰ ਕਹਿੰਦੇ ਸਿੱਖ ਇਹਨਾਂ ਕੰਮਾਂ 'ਚ ਥੋੜਾ ਪਏਗਾ ਵੀ ਸਾਹ ਕਢਾ ਲੈ, ਸਾਹ ਲਾ ਲਏ। ਸਿੱਖ ਦਾ ਸਿਮਰਨ ਹੈ ਸਹਿਜ 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 ਅਵਸਥਾ। ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਤੂੰ ਗੁਣਾਂ ਵਿੱਚ ਵਰਤਣਾ ਹੈ, ਸਰੀਰਕ ਤੌਰ ਤੇ ਨਹੀਂ। ਉਹ ਤੇ ਕਸ਼ਟ ਯੋਗ ਹੈ, ਸਾਹ ਕਢਾਉਣੇ ਸਾਹ ਰੋਕਣੇ ਔਖੇ ਕੰਮ ਨੇ, ਸਰੀਰ ਸਾਧਣੇ ਪੈਂਦੇ ਆ। ਕਲਯੁਗ ਦੇ ਸਮੇਂ 'ਚ ਸਾਰੀ ਦੁਨੀਆ ਕਮਜ਼ੋਰ ਆ, ਇੱਥੇ ਤੇ ਹੱਡੀਆਂ ਨਹੀਂ ਜੁੜ ਗਈਆਂ, ਤੁਰਿਆ ਨਹੀਂ ਜਾਂਦਾ, ਤੇ ਕਿਹੜਾ ਕਰ ਲੂ ਯੋਗ। ਗੁਰੂ ਸਾਹਿਬ ਕਹਿੰਦੇ ਰੇਚਕ ਕੁੰਭਕ ਤੇ ਪੂਰਕ, ਸਿੱਖਾਂ ਤੇਰੇ ਜੀਵਨ ਦੇ ਵਿੱਚ ਅੰਤਰੀਵ ਤੌਰ ਤੇ ਹੋਵਣ ਤੋਹਰਾ ਪੂਰਕ ਗੁਰ ਕੇ ਬਚਨ ਸੁਣ, ਸਬੈ ਕਰਖ ਕਰ ਲੈ। ਪਰ ਪੂਰਕ ਹੈ ਸਾਹਾਂ ਨੂੰ ਖਿੱਚਣਾ। ਉਹ ਕਿਵੇਂ ਖਿੱਚਣਾ? ਕਹਿੰਦੇ ਨਹੀਂ, ਇਹ ਕੰਮ ਕਰਨ ਦੀ ਲੋੜ ਨਹੀਂ। ਗੁਰੂ ਦੇ ਸ਼ਬਦਾਂ ਨੂੰ, ਗੁਰੂ ਦੇ ਬਚਨਾਂ ਨੂੰ ਸੁਣਨਾ ਇੱਕ ਸਾਹ ਖਿੱਚਣ ਦੇ ਬਰਾਬਰ ਹੈ, ਕਿਉਂਕਿ ਬਚਨ ਕੰਨਾਂ ਜੋ ਪੈਂਦੇ ਆ, ਸਾਹ ਨਾਲ ਜਾਤੇ ਅੰਦਰ ਰਹੇ ਆ। ਕਹਿੰਦੇ ਇਹਨਾਂ ਨੂੰ ਖਿੱਚ ਕੇ ਰੱਖਣਾ, ਮਤਲਬ ਮੈਂ ਸਤਿਗੁਰ ਦੇ ਬਚਨ ਤੋਂ ਮੁਨਕਰ ਨਾ ਹੋਵਾਂ, ਗੁਰੂ ਦੇ ਬਚਨ ਤੋਂ ਬੇਮੁਖ ਮੈਥੋਂ ਹੋਇਆ ਜਾਵੇ ਨਾ। ਬਚ ਸੁਣ ਸਮਝੀ ਵਸਤ ਜੋ, ਜਿਤੇ ਸਦਾ ਥਿਰ ਕੇ। ਹੁਣ ਗੁਰੂ ਦੇ ਬਚਨਾਂ ਨੂੰ ਸੁਣ ਕੇ ਸਮਝ ਲਿਆ, ਸਤਿਗੁਰਾਂ ਨੇ ਕਿਹਾ ਝੂਠ ਨਹੀਂ ਬੋਲਣਾ। ਇਹਦਾ ਕਾਰਨ ਕੀ ਹੈ, ਕਿਉਂ ਨਹੀਂ ਬੋਲਣਾ? ਕਿਉਂਕਿ ਝੂਠ ਬੋਲਿਆ ਮਨ ਨੂੰ ਵੀ ਰੋਗ ਲੱਗਦਾ ਤੇ ਦੂਜਾ ਵੀ ਦੁਖੀ ਹੁੰਦਾ। ਇਹਦੇ ਗੁਰੂ ਦੇ ਬਚਨਾਂ ਨੂੰ ਦਿਮਾਗੀ ਚਿੱਤ 'ਚ ਰੱਖ ਲਿਆ ਵੀ ਅੱਜ ਤੋਂ ਬਾਅਦ ਪਰ ਕਾ ਬੁਰਾ ਨਾ ਰੱਖੋ ਜੀਤ, ਲੱਖ ਕੋਈ ਮੇਰਾ ਬੁਰਾ ਕਰੇ ਮੈਂ ਉਹਦਾ ਵੀ ਬੁਰਾ ਨਹੀਂ ਸੋਚਣਾ। ਅਸੀਂ ਤੇ ਲੜਾਈ ਪੜਾਈ ਕਿਸੇ ਦੀ ਹੁੰਦੀ ਹੈ, ਡਾਂਗਾ ਅਸੀਂ ਚੁੱਕੀ ਵਰਦੇ ਹੁੰਦੇ ਹਾਂ। ਲੜ ਕੇ ਕੋਈ ਕਿਸੇ ਨਾਲ ਆਇਆ ਹੁੰਦਾ ਹੈ, એનર્ਜੀ ਸਾਡੀ ਵੇਸਟ ਹੁੰਦੀ ਹੈ। ਹਾਂ ਤੈਨੂੰ ਏਦਾਂ ਕਿਵੇਂ ਕਹਿ ਗਿਆ, ਮੈਂ ਬੈਠਾ ਮੈਨੂੰ ਕਿਉਂ ਦੱਸਿਆ। ਮਰਦ ਕਹਿੰਦੇ ਛੱਡ ਇਹਨਾਂ ਗੱਲਾਂ ਨੂੰ, ਇਹ ਦੁਨੀਆਦਾਰੀ ਚੱਲਦੀ ਰਹਿੰਦੀ ਹੈ। ਗੁਰੂ ਦੇ ਬਚਨਾਂ ਨੂੰ ਸੁਣ ਕੇ ਹਿਰਦੇ ਵਿੱਚ ਵਸਾਓ। ਘਰ ਬੈਠੇ ਗੁਰੂ ਦੇ ਆਇਓ, ਹਿਰਦੇ ਘਰ 'ਚ ਬਹਿ ਕੇ ਗੁਰੂ ਨੂੰ ਯਾਦ ਕਰਨਾ ਹੈ। ਭਾਵੇਂ ਸਿੱਖ ਸਬਜ਼ੀ ਕੱਟਦਾ ਹੈ, ਰਸੋਈ ਦੇ ਕੰਮ ਕਰਦਾ ਹੈ, ਨੌਕਰੀ ਤੇ ਬੈਠਾ ਹੈ, ਪਰ ਕਹਿੰਦੇ ਗੁਰੂ ਦਾ ਬਚਨ ਹਰ ਵੇਲੇ ਯਾਦ ਰਵੇ, ਪ੍ਰੈਕਟੀਕਲੀ ਵੀ ਇਹਨਾਂ ਹੱਥਾਂ ਨਾਲ ਰਿਸ਼ਵਤ ਨਹੀਂ ਲੈਣੀ, ਕਿਸੇ ਦਾ ਬੁਰਾ ਨਹੀਂ ਕਰਨਾ। ਚੋਪਈ ਕਰ ਅਭਿਆਸ ਨ ਤਿਹ ਪਰ ਹਰੈ, ਸਦ ਠਹਿਰਾਵਣ ਮਨ ਮੈਂ ਕਰੈ। ਹਮੇਸ਼ਾ ਮਨ ਵਿੱਚ ਸਤਿਗੁਰਾਂ ਦੇ ਬਚਨਾਂ ਦੇ ਅਰਥਾਂ ਨੂੰ ਸੰਭਾਲ ਕੇ ਰੱਖੇ। ਕਦੇ ਵੀ ਕਹਿੰਦੇ ਗੁਰੂ ਦਾ ਬਚਨ ਛੱਡੇ ਨਾ। ਅਭਿਆਸ ਕਿਉਂ ਨਹੀਂ ਕਰਨਾ? ਬਾਰ-ਬਾਰ ਇੱਕ ਸ਼ਬਦ ਪੜ੍ਹੀ ਚੱਲੋ, ਬਾਰ-ਬਾਰ ਇੱਕ ਸ਼ਬਦ ਪੜ੍ਹੀ ਚੱਲੋ, ਉਹਦੇ ਅਰਥਾਂ ਨੂੰ ਇੱਥੇ ਰੱਖ ਲਓ। ਮੰਨ ਲਓ ਸੌਖਾ ਸ਼ਬਦ ਹੈ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਹੁਣ ਇਹ ਸ਼ਬਦ ਦੇ ਪਹਿਲਾ ਅਰਥ ਪੜ੍ਹ ਲਓ, ਉਹ ਤੋਂ ਬਾਅਦ ਹੌਲੀ ਹੌਲੀ ਪੜ੍ਹੋ, ਵਿਚਾਰ ਪੜ੍ਹੋ, ਜਿਵੇਂ ਗੱਲਾਂ ਕਰਦੇ ਆ ਆਪਣੇ ਮਨ ਨਾਲ, ਏਦਾਂ ਪੜ੍ਹੋ। ਕਿਤੇ ਅਭਿਆਸ ਹੋ ਜੂ, ਇੱਕ ਤੇ ਕੰਠ ਹੋ ਜੂਗਾ, ਦੂਜਾ ਅਰਥ ਅੰਦਰ ਵਸ ਜੂ, ਤੇ ਤੀਜਾ ਅਰਥ ਦਾ ਭਾਵ ਵਸ ਜੂ ਵੀ ਉਹ ਪਰਮੇਸ਼ਰ ਪਿਆਰਾ ਕਦੇ ਵੀ ਆਪਣੇ ਸੱਜਣਾ ਨੂੰ ਦੁੱਖ ਦੇਖਣ ਨਹੀਂ ਦਿੰਦਾ। ਉਹ ਕਦੇ ਔਖੀ ਘੜੀ ਦੇਖਣ ਦਿੰਦਾ ਹੀ ਨਹੀਂ, ਕਿਉਂਕਿ ਆਪਣਾ ਬਿਰਦ ਸੰਭਾਲਦਾ। ਹੁਣ ਇੱਥੇ ਨਾ ਜਦੋਂ ਅਸੀਂ ਬਿੰਦੀ ਲਾ ਲੈਂਦੇ ਹਾਂ, ਫਿਰ ਅਰਥ ਹੋਰ ਹੋ ਜਾਂਦਾ ਹੈ, ਔਖੀ ਘੜੀ ਨਾ ਦੇਖਣ ਦੇਈ, ਵਾਹਿਗੁਰੂ ਮੈਨੂੰ ਔਖੀ ਘੜੀ ਨਾ ਦਿਖਾਈ, ਬਿਰਦ ਸਾਂਭ ਲਈ। ਨਹੀਂ, ਅਰਥ ਇਹ ਨਹੀਂ ਹੈ। ਅਰਥ ਇਹ ਹੈ ਪ੍ਰਮਾਤਮਾ ਤੂੰ ਐਡਾ ਡਾਢਾ ਏ, ਜਦ ਜਦ ਕਿਸੇ ਤੇ ਭੀੜ ਪਈ ਹੈ ਤੂੰ ਆਪਣਿਆਂ ਦੀ ਆ ਕੇ ਲਾਜ ਰੱਖੀ ਹੈ, ਉਹਦੇ ਪ੍ਰਮਾਣ ਬੜੇ ਆ, ਤੂੰ ਦੇਖਣ ਨਹੀਂ ਦਿੰਦਾ ਔਖਾ ਸਮਾਂ। ਕਹਿਣ ਦੀ ਲੋੜ ਥੋੜੀ ਹੈ। ਬੱਚੇ ਤੇ ਭੀੜ ਪਈ ਹੈ, ਬੱਚਾ ਡਿੱਗਣ ਵਾਲਾ, ਤੇ ਮਾਂ ਨੂੰ ਕਹਿਣਾ ਤੂੰ ਮਾਂ ਬਚਾ ਲੈ, ਭੱਜ ਕੇ ਆ ਕੇ ਚੁੱਕਦੀ ਆ ਬਿਨਾਂ ਕਹੀ, ਉਹਨੂੰ ਪਤਾ ਵੀ ਤਿਲਕ ਜਾਣਾ ਨੇ, ਡਿੱਗ ਜਾਣਾ ਪਾਣੀ 'ਚ ਸੱਟ ਖਾਊਗਾ। ਰੱਬ ਨੂੰ ਕਹਿਣਾ ਨਹੀਂ ਪੈਂਦਾ ਮੈਨੂੰ ਇੱਥੋਂ ਬਚਾ, ਮੈਨੂੰ ਇੱਥੋਂ ਕੱਢ ਲੈ, ਉਹ ਆਪਣੇ ਪਿਆਰਿਆਂ ਨੂੰ ਆਪ ਬਚਾਉਂਦਾ ਹੈ। ਕਹਿੰਦੇ ਇਹਨਾਂ ਸ਼ਬਦਾਂ ਨੂੰ, ਕੋਈ ਵੀ ਸ਼ਬਦ ਗੁਰਬਾਣੀ ਦਾ, ਇੱਕ ਓੰਕਾਰ ਤੋਂ ਲੈ ਕੇ 18 ਜਾਂ 20 ਤੱਕ ਉਹਨਾਂ ਬਾਰ-ਬਾਰ ਅਭਿਆਸ ਕਰਨਾ ਏ। ਕੁੰਭਕ ਦੂਜੋ ਇਸੀ ਪ੍ਰਕਾਰ, ਤੀਜੋ ਰੇਚਕ ਕਰੋ ਉਚਾਰ। ਗੁਰਬਾਣੀ ਦੇ ਅਰਥਾਂ ਨੂੰ ਹਿਰਦੇ 'ਚ ਵਸਾਉਣਾ ਕੁੰਭਕ ਕਹਿੰਦੇ, ਜਿਵੇਂ ਜੋਗੀ ਸਾਹ ਚੜਾ ਲੈਂਦੇ ਆ ਨਾ, ਤਾਰਦੇ ਨਹੀਂ, ਕੁੰਭਕ ਬੋਲਦੇ ਆ ਉਹਨੂੰ। ਮਰਦ ਕਹਿੰਦੇ ਫਿਰ ਇਹਨਾਂ ਨੂੰ ਜੀਵਨ ਵਿੱਚ ਲਾਉਣ ਤੋਂ ਬਾਅਦ, ਵਸਾਉਣ ਤੋਂ ਬਾਅਦ ਉਹਨੂੰ ਪ੍ਰੈਕਟੀਕਲੀ ਕਰਨਾ।
मर्द ने क्या किसी का बुरा नहीं करना, कोशिश की भी मैं कदे कौड़ा बोलना नहीं। सतगुर कहते भाई ये रिजक है, साहां नूं छड्डना है। कुछ तो नोट किया ना जिंदगी च, साडे कदे एक भी गुण नहीं। पंजां प्यारियां दी दित्ती हुई रहत मर्यादा, सानू कोई आखे भी आ टिक मार्क कर ला, करी ईमानदारी नाल। मैं कहना जिन्ने असीं तुरे फिरदे समेत मेरे एक अद्धा भी गुण साडे च नहीं होना। सी बिल्कुल पेपरां च फेल हां, पर असीं दावे बहुत वड्डे करदे हां, गल्लां साडीआं बहुत वड्डियां ने, असीं जिद्द नहीं दिंदे किसी। पर जदों अपने मन नूं पुछांगे भी ਜਿਹੜੀਆਂ ਜਿਹੜੀਆਂ ਗੱਲਾਂ मर्द ने लिखियां कोई ਮੰਨੀ, असीं एक भी नहीं मंनी। उठ के नहाले सवेरे की आसान करता, 5 बाणियां पढ़ लिया कि रब दे आसान करता, 4 दिन सेवा कर ली कि रब दे आसान हो गया कि नहीं। सिखा तेरी जिंदगी का नित का ये नेम है, एक दिन की खेड़ नहीं है भी 40 दिन झाड़ू लाया हुण गुरुद्वारा किधरे भी नहीं पता। साडे ते अजकल आही काम चल रहा है। 40 दिनों वाला जिहड़ा काम आ ना ब्राह्मणा वाला सिखा च भी आ गया कि 40 दिन मैं झाड़ू घसाऊं, 40 दिन मैं गुरुद्वारा भी धोऊं, चादरा भी धोऊंगा। उस तो बाद लभना भी नहीं बाबा जी भी भाई वो फलाना सेवादार आउंदा सी कहते रूटीन बना, सेवा कर, नाम जप, बाणी पढ़, सहज सहज चली चल, एक दिन ऐसी कृपा हो जाएगी लोग तेरियां तारीफां करनगे। सतगुर कहते गुरु के बचनां नूं जीवन विच कमाउणा किवें है। अज सानू अर्थ पढ़न दा समां नहीं, साडे कोल पाठ करन दा समां नहीं। ਇਹਦਾ ਇਹ ਵੱਡਾ ਨੁਕਸਾਨ ਹੋਇਆ ਜਿਵੇਂ ਕਿਸੇ ਨੇ ਸੁਣਾਤਾ ਉਧਰ ਹੀ ਤੁਰ ਪੈਂਦੇ ਫਲਾਣੇ ਨੇ ਤੇ ਇਦਾਂ ਕਿਹਾ ਜੀ ਮਹਾਰਾਜ ਇਦਾਂ ਕਹਿੰਦੇ। ਕਮਾਲ ਦੀ ਗੱਲ ਹੈ, ਸਾਡੇ ਕੋਲ ਗੁਰਬਾਣੀ ਦੇ ਅਰਥਾਂ ਤੇ ਸਾਡੇ ਫੋਨਾਂ ਵਿੱਚ ਸਟੀਕ ਪਈ ਆ, PDF ਪਈਆਂ ਨੇ, ਡਿਜੀਟਲ ਪਿਆ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਦੇ ਕਿਸੇ ਕੋਲ ਸਮਾਂ ਹੈ ਵੀ ਅਸੀਂ ਇੱਕ ਅਰਥ, ਚਲੋ ਜ਼ਿਆਦਾ ਨਹੀਂ, ਰੋਜ਼ ਇੰਨਾ ਸੋਚ ਲਈ ਵੀ 10 ਪੰਕਤੀਆਂ ਦੇ ਅਰਥ ਮੈਂ ਰੋਜ਼ ਪੜ੍ਹਨੇ ਆ। ਇੱਥੋਂ ਸ਼ੁਰੂ ਕਰਕੇ ਵੇਖੋ ਕਿੰਨੀ ਗੱਲ ਹੈ। चलो जे ज्यादा पाठ नहीं कर सकते, एक अंग 5 अंग रोज हौली हौली बोल के पढ़ने ने, देखो कितनी बड़ी कृपा होगी। सतगुर कहते ऐसा अभ्यास करियो जीवन महान होवेगा। सतगुर बचन जो तज न कहा, तेह तज दे होत सुख महा। जो गुरु दे बचन ਹਨ ਉਹਨਾਂ ਨੂੰ ਜੀਵਨ ਚ ਕਮਾਉਣਾ, ਜਿਨ੍ਹਾਂ ਚੀਜ਼ਾਂ ਤੋਂ ਸਤਿਗੁਰਾਂ ਨੇ ਸਿੱਖ ਨੂੰ ਰੋਕਿਆ ਹੈ ਕਹਿੰਦੇ ਉਹ ਕਦੇ ਵੀ ਨਹੀਂ ਕਰਨੀਆਂ। ਇਹ ਚ ਵੱਡੀ ਖੁਸ਼ੀ ਹੈ ਗੁਰੂ। ਜੇ ਗੁਰੂ ਨੇ ਕਿਹਾ ਨਾ ਸਿੱਖ ਨੂੰ ਸਿੱਖਾ ਇਸ ਦੁਆਰੇ ਨਹੀਂ ਜਾਣਾ ਤੇ ਜਾਣਾ ਹੀ ਨਹੀਂ, ਕਿੰਤੂ ਪਰੰਤੂ ਥੋੜੀ ਕਰਨਾ। ਸਤਿਗੁਰਾਂ ਨੇ ਇਦਾਂ ਕਿਉਂ ਕਹਿਤਾ, ਆ ਕਿਵੇਂ ਕਹਿਤਾ। बड़ा कुछ गुरु कलगीधर जी ने मर्यादा में लिखा, सिखा तू आ करना है आ नहीं करना। हुण मान लो सतगुरां ने कहा सिख ने शराब का सेवन नहीं करना, सुरापान नहीं करना, ते इत्थे हुण क्लैरिफिकेशन दो, ये अंगूरां तो बनदी है जी, गुड़ तो बनदी है, गुड़ भी ते खाने, अग चुल्हे च बनदी है जी, दा की नुकसान है। ये कौन करू गल्लां? जिहड़ा पींदा है। पर सिख ने इस पासे नहीं जाना। जिवें एक मुसलमान कहंदा ना मेरे अल्लाह दा हुक्म है, मैं नहीं करना जो मर्जी हो जाए, कहते इदां दा अकीदा सिख दा होवे, मेरे सतगुर ने मैनू इस चीज तो वर्जिया है ते मैं तो एक कदम भी अगे नहीं आ सकता, मैं ते मनना ही नहीं, क्योंकि गुरु साहब ने कहा कि ये काम तू नहीं करना ते मैं हम ही नहीं कर सकता। कहते एडा वड्डा जीवन विच अभ्यास होवे ते ओ सिख रब दा रूप मन्निया जांदा है। अष्टम ध्यान अंग सुन जैसे, पढ़न सुनन गुर बच जब बैसे। मतलब कहते 8वां अंग है योग दा ध्यान। गुरु दे बचनां ते ध्यान रखना है। तुरदे फिरदे बोलदे चलदे शब्दां नूं गुणगुणाओ, गाओ शब्द गुरबाणी दे, पर ये ना होवे भी लोकां नूं सुनाउण वास्ते गाउने आ, उन्हां नूं इदां गाइए अर्थ समझ के। कहते ये बहुत बड़ा ध्यान है। जिवें मां का ध्यान अपने पुत च हर वेले रहिंदा ना, छोटा जिहा भावें जिथे मर्जी होवे, कहते सिख का ध्यान बाणी विच गुरु दे बचनां विच इसे प्रकार जुड़ना चाहिदा है। शब्द अर्थ में राखें ध्याना, पूर्ण दे संकल्प न आना। हुण शब्द दे अर्थ च ध्यान रखण दा फायदा की है? फायदा ये है कहते फिर गुरु का शब्द तेरे अंदर संकल्प की फुरना नहीं होना, ख्याल नहीं होना। तुसी सुभाविक गल है जो आप पुराने समय का हुण भी स्कूलों छोटी छोटी क्लास के बच्चे आनू कहते ना कि टेबल उच्ची बोल के पढ़ो, जाओ अंग्रेजी पढ़ते फॉर एप्पल बी फॉर बॉय, उच्ची उच्ची। बड़ियां क्यों नहीं कहते? फर्क है।
ਜਦੋਂ ਉੱਚੀ ਉੱਚੀ ਗਾਉਣਗੇ ਪੜ੍ਹਨਗੇ ਇੱਕ ਤੇ ਸ਼ਰਾਰਤ ਨਹੀਂ ਕਰਨਗੇ, ਦੂਜਾ ਧਿਆਨ ਉਹਨਾਂ ਦਾ ਇੱਧਰ ਹੀ ਰਹਿੰਦਾ ਏ ਵੀ ਜੋ ਬੁੱਕ ਤੇ ਛਾਪੇ ਹੈ। ਹੁਣ ਸਾਰੀ ਜ਼ਿੰਦਗੀ ਆਪਾਂ ਵੱਡੇ ਹੋ ਕੇ ਪੜ੍ਹਦੇ ਆ, ਕਦੇ ਸਾਨੂੰ ਅੱਜ ਕਹਿਣਾ ਪਿਆ ਵੀ ਇਹ ਫਾਇਰ ਕਰੂੰਗਾ ਨਹੀਂ, ਪਰ ਜਦੋਂ ਵੀ ਕਿਤੇ ਏ ਦਾ ਜ਼ਿਕਰ ਚੱਲੇਗਾ ਖਿਆਲ ਚ ਐਪਲ ਜ਼ਰੂਰ ਘੁੰਮਦਾ ਹੈ, ਚਾਹੇ ਉਹ ਐਪਲ ਦਾ ਫੋਨ ਕਿਉਂ ਨਾ ਸੇਬ ਕਿਉਂ ਨਾ ਖਿਆਲ ਚ ਆਣਾ। ਹੁਣ ਏ ਵਾਰ ਹੀ ਐਪਲ ਕਿਉਂ ਹੈ? ਕਿਉਂਕਿ ਬਚਪਨ ਚ ਪੜ੍ਹੇ ਹੈ, ਸੁਰਤ ਚ ਪੜਿਆ, ਜਿਹਨੂੰ ਮਰਜ਼ੀ ਛੇੜ ਕੇ ਵੇਖ ਲਓ ਸੀ ਬੁਰਗਰ ਉਹਦਾ ਧਿਆਨ ਹੈ। ਕਿਤੇ ਕੋਈ ਪੜ੍ਹਦਾ ਵੀ ਬੱਚਾ ਹੋ ਸੁਣਦਾ ਵੀ ਹੋ ਤਾਂ ਵੀ ਧਿਆਨ ਜਾਓ ਵੀ ਉਹਨੇ ਹੁਣ ਏ ਫਾਰ ਬੋਲਿਆ ਹੁਣ ਬੀ ਫਾਰ ਵਾਏ ਬੋਲੂਗਾ ਜਾਂ ਬੋਲ ਬੋਲੂਗਾ, ਸੁਰਤ ਜਾਊਗੀ ਉਸ ਪਾਸੇ, ਕਿਉਂਕਿ ਫਿਰ ਮਨ ਚ ਫੁਰਨਾ ਨਹੀਂ ਆਉਂਦਾ। ਹੁਣ ਆਪਾਂ ਜਦੋਂ ਵੱਡੇ ਹੋ ਜਾਂਦੇ ਆ, ਵੱਡੀਆਂ ਕਲਾਸਾਂ 'ਚ ਬੈਠਦੇ ਆ, ਬੁੱਕ ਸਾਡੇ ਸਾਹਮਣੇ ਹੁੰਦੀ ਹੈ, ਪੜ੍ਹਦੇ ਪੜ੍ਹਦੇ ਬੜੇ ਖਿਆਲ ਆਉਂਦੇ ਆ, ਕਦੇ ਦੋਸਤਾਂ ਦੇ ਖਿਆਲ, ਕਦੇ ਦੁਨੀਆ ਦੇ ਖਿਆਲ, ਕਦੇ ਘਰਦਿਆਂ ਦੇ ਖਿਆਲ, ਕਈ ਵਾਰ ਪੜ੍ਹਾਈ ਛੇਤੀ ਨਹੀਂ ਹੁੰਦਾ। ਪਰ ਇੱਕ ਛੋਟਾ ਜਿਹਾ ਬੱਚਾ ਖੁਸ਼ ਬੜਾ ਹੈ, ਭਾਵੇਂ ਨਰਸਰੀ LKG UKG ਹੈ, ਉਹ ਜੋ ਬੋਲਦਾ ਹੈ ਬੇਪਰਵਾਹ ਹੋ ਕੇ ਬੋਲਦਾ, ਜੇ ਉਹ ਪੜ੍ਹਦਾ ਤੇ ਪੜ੍ਹਦਾ ਹੀ ਹੈ, ਜੇ ਖੇਡਦਾ ਤੇ ਖੇਡਦਾ ਹੀ ਹੈ। ਫਿਰ ਪੜ੍ਹਾਈ ਦਾ ਕੋਈ ਮਤਲਬ ਨਹੀਂ, ਚਾਹੇ ਕਿਤਾਬਾਂ ਸੁਣਨੇ ਦੀਆਂ ਕਿਉਂ ਨਾ, ਹੁਣ ਤੂੰ ਕੰਮ ਜੂਗਾ। ਤੇ ਜਦੋਂ ਉਹਨੇ ਪੜ੍ਹਨਾ ਹੈ, ਬੰਦਾ ਬਣ ਕੇ ਬੈਠਾ ਬਲੈਕ ਬੋਰਡ ਵੱਲ ਵੇਖਦਾ ਹੈ, ਸਿਸਟਮ ਵੱਲ ਵੇਖਦਾ ਤੇ ਆਪਣੀ ਕਿਤਾਬ ਵੱਲ, ਕਿਉਂਕਿ ਅਭਿਆਸ ਹੈ। ਮਰਦ ਕਹਿੰਦੇ ਸਿੱਖ ਦਾ ਅਭਿਆਸ ਐਸਾ ਹੋਵੇ ਜਦੋਂ ਸ਼ਬਦਾਂ ਨੂੰ ਪੜੂਗਾ ਨਾ, ਵਿਚਾਰੂਗਾ। ਹੁਣ ਮੰਨ ਲਓ ਆਪਾਂ ਤੁਰੇ ਜਾਂਦੇ ਆ, ਕੋਈ ਸ਼ਬਦ ਹੈ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਕੰਠ ਹੈ ਸਾਰੇ, ਅਰਥ ਮਨ ਕਰਦਾ ਜਾਂਦਾ ਹੈ। ਜਦੋਂ ਸੱਚੇ ਪਾਤਸ਼ਾਹ ਤੇਰੇ ਕੋਈ ਦਰਸ਼ਨ ਕਰਦਾ ਹੈ, ਉਹ ਤੈਨੂੰ ਵੇਖ 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 ਜਿਉਂਦਾ ਹੈ। ਇੱਕ ਦਰਸ਼ਨ ਦੇਖ ਦੀ ਗੱਲ ਆ ਗਈ ਨਾ, ਧਿਆਨ ਸਾਡਾ ਕਿੱਥੇ ਗਿਆ? ਕਿਸੇ ਵੀ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਏ, ਧਿਆਨ ਕਰਕੇ ਧਿਆਨ ਆ ਗਿਆ ਨਾ। ਹੁਣ ਮਾੜਾ ਵਰਨਾ ਹੋਊਗਾ ਉਸ ਵੇਲੇ, ਬਿਲਕੁਲ ਨਹੀਂ ਆਊਗਾ, ਕਿਉਂਕਿ ਮਨ ਬਿਜ਼ੀ ਹੈ, ਮਨ ਉਸ ਪਾਸੇ ਜੁੜਿਆ ਹੋਇਆ ਹੈ। ਤੇ ਜਦੋਂ ਅਸੀਂ ਗੁਟਕਾ ਸਾਹਿਬ ਲੈ ਕੇ ਬੈਠੇ ਆ, ਅਰਥਾਂ ਤੋਂ ਬਗੈਰ ਪਾਠ ਕਰਦੇ ਆ, ਅੱਗੇ ਵੀ ਦੱਸਿਆ ਨਾ, ਜਪਜੀ ਪੜ੍ਹਦੇ ਸੂਦਰ ਦਾ ਭੋਗ ਪੈ ਜਾਂਦਾ ਹੈ, ਰਹਿ ਰਸ ਕਰਦੇ ਆ, ਜਪਜੀ ਸਾਹਿਬ ਦੀ ਸਮਾਪਤੀ ਹੋ ਜਾਂਦੀ ਹੈ, ਕੀਰਤਨ ਸੋਲੇ ਪੜ ਜਾਂਦੇ ਨੇ ਕਈ, ਧਿਆਨ ਨਹੀਂ ਹੈ। ਬਹੁਤ ਕੁਝ ਹੁੰਦਾ ਦੁਨੀਆ ਦੇ ਨਾਲ। ਸਤਿਗੁਰ ਕਹਿੰਦੇ ਸਿੱਖਾ ਜਦੋਂ ਅਭਿਆਸ ਗੁਰੂ ਦੇ ਬਚਨਾਂ ਦਾ ਕਰੇਗਾ ਨਾ, ਮਜਾਲ ਹੈ ਤੇਰਾ ਮਨ ਚੋਂ ਨਿਕਲ ਗਿਆ ਜੇ ਕਦੇ ਵੀ ਨਹੀਂ ਆਊਗਾ। ਜਦੋਂ ਲੋੜ ਹੋਏਗਾ ਦਿਮਾਗ ਤੇ, ਬੱਚੇ ਦੇ ਦਿਮਾਗ ਤੇ ਇੱਕ ਪ੍ਰੈਸ਼ਰ ਹੈ, ਮੈਨੂੰ ਟੇਬਲ ਦਿੱਤੇ ਗਏ ਆ, ਮੈਂ ਯਾਦ ਕਰਕੇ ਸੁਣਾਉਣੇ ਆ। ਗੁਰੂ ਆਪਣੇ ਨੂੰ, ਟੀਚਰ ਆਪਣੇ ਨੂੰ ਕਹਿੰਦੇ, ਜਦੋਂ ਸਿੱਖ ਨੂੰ ਫਿਰ ਉਹ ਪਿਆਰ ਹੋ ਜਾਂਦਾ ਆਪਣੇ ਗੁਰੂ ਨਾਲ, ਵੀ ਮੈਂ ਆਪਣੇ ਸਤਿਗੁਰਾਂ ਨੂੰ ਸ਼ਬਦ ਸੁਣਾਉਣਾ, ਮੈਂ ਆਪਣੇ ਗੁਰੂ ਸਾਹਿਬ ਨੂੰ ਵੀ ਕਥਾ ਸੁਣਾਉਣੀ ਆ। ਕਹਿੰਦੇ ਅੰਦਰ ਦਾ ਰਸ, ਅੰਦਰ ਦਾ ਆਨੰਦ, ਜੋ 8ਵਾਂ ਗੁਣ ਸੀ ਧਾਰਨ ਹੋ ਗਿਆ। ਕਹਿੰਦੇ ਇਹ ਹੈ ਭਗਤੀ ਦਾ ਯੋਗ, ਕਿ ਉਹ ਸਿੱਖ ਨੂੰ ਦੁਨੀਆ ਤੇ ਕੋਈ ਚੈਲੰਜ ਨਹੀਂ ਕਰ ਸਕਦਾ ਜਿਹਦੇ ਜੀਵਨ ਵਿੱਚ ਗੁਰਬਾਣੀ ਹੈ। ਅੱਜ ਸਿੱਖੀ ਤੇ ਸਾਡੇ ਕੋਲ ਲਿਬਾਸ ਵੀ ਹੈਗੀ ਹੈ, ਪਰ ਗੁਰਬਾਣੀ ਸਾਡੇ ਜੀਵਨ ਵਿੱਚ ਨਹੀਂ ਹੈ। ਕੌੜਾ ਸੱਚ ਹੈ। ਜੇ ਪੜ੍ਹਦੇ ਆ, ਮੈਂ ਕਹਿੰਦਾ ਜਿੰਨਾ ਗੁੱਸਾ ਅੱਜ ਅਸੀਂ ਪਾਠ ਕਰਨ ਵਾਲੇ ਚੱਕੀ ਫਿਰਦੇ ਆ ਨਾ, ਮਾਫ ਕਰਿਓ, ਕੌੜਾ ਸੱਚ ਹੈ, ਚੁੱਭਦਾ ਵੀ ਹੋਵੇ ਕੋਈ ਨਹੀਂ। ਜਿੰਨਾ ਕ੍ਰੋਧ, ਜਿੰਨਾ ਹੰਕਾਰ, ਜਿੰਨਾ ਗੁੱਸਾ ਅੱਜ ਧਾਰਮਿਕ ਲੋਕਾਂ ਚ ਨਾ, ਗੁੰਡਾਗਰਦੀ ਕਿਸੇ ਦੀ ਨਹੀਂ ਹੁੰਦੀ। ਮਰਦ ਦੇ ਕਹਿੰਦੇ ਸੀ ਬਾਣੀ ਪੜਿਆ ਸ਼ਾਂਤੀ ਆਉਂਦੀ ਹੈ, ਵੀ ਅਸੀਂ ਤੇ ਕੋਪ ਦੇ ਗੋਲੇ ਤੇ ਬੈਠੇ ਹਾਂ, ਸਾਡੇ ਅੰਦਰ ਸ਼ਾਂਤੀ ਕਿਉਂ ਨਹੀਂ ਹੈ? ਭਾਂਬੜ ਮਚਿਆ ਪਿਆ, ਸਿਮਰਨ ਕਰ ਕਰਕੇ ਡਿਪਰੈਸ਼ਨ ਚ ਆ ਗਏ, ਅਸੀਂ ਹੰਕਾਰੇ ਫਿਰਦੇ ਆ। ਇਹ ਚ ਸਿਮਰਨ ਦਾ ਕਸੂਰ ਨਹੀਂ ਹੈ, ਕਸੂਰ ਆਪਣਾ ਸੀ, ਕਿਉਂਕਿ ਭਗਤੀ ਪਿੱਛੇ ਮੈਂ ਖੜੀ ਸੀ, ਉਹ ਮੈਂ ਨੇ ਰੱਬ ਦੇਖਣ ਦਿੱਤਾ ਹੀ ਨਹੀਂ। ਆਖੋ ਸਤਨਾਮ। ਹੁਣ ਗੁੱਸਾ ਆਉਂਦਾ, ਮੈਨੂੰ ਸੁਖਮਨੀ ਸਾਹਿਬ ਦਾ ਪਾਠ ਯਾਦ ਹੈ, ਇਹ ਕੌਣ ਹੈ ਮੈਨੂੰ ਜਪਜੀ ਬਾਰੇ ਪੁੱਛਣ ਵਾਲਾ? ਇਹ ਕੌਣ ਹੈ ਮੈਨੂੰ ਪੁੱਛਣ ਵਾਲਾ ਵੀ ਤੈਨੂੰ ਮੂਲ ਮੰਤਰ ਆਉਂਦਾ ਕਿ ਨਹੀਂ? ਹੰਕਾਰ ਆ ਗਿਆ ਨਾ। ਗਰੀਬ ਨਿਵਾਸ ਕਹਿੰਦੇ ਜਿਉਂ ਜਿਉਂ ਪੜ੍ਹੇਗਾ ਵਿਚਾਰੇਗਾ ਮਨ ਨੀਵਾ ਹੋਏਗਾ, ਕਿਉਂਕਿ ਨਿਵੈ ਸੁਗੌੜਾ ਹੋਏ। ਜਿਉਂ ਜਿਉਂ ਕਿਸੇ ਰੁੱਖ ਤੇ ਫਲ ਲੱਗਦੇ ਆ, ਉਹ ਰੁੱਖ ਨੀਵਾ ਹੁੰਦਾ ਜਾਂਦਾ ਹੈ। ਜਿਉਂ ਜਿਉਂ ਫਲ ਪੱਕੀ ਜਾਣਗੇ, ਸ਼ਾਖਾਂ ਝੁਕਦੀਆਂ ਜਾਣਗੀਆਂ। ਸਿੱਖ ਦੇ ਜੀਵਨ ਵਿੱਚ ਜਿੱਦਣ ਗੁਰੂ ਦੀ ਬਾਣੀ ਤੇ ਗੁਰਮਤਿ ਤੇ ਗੁਰੂ ਦੇ ਬਚਨ ਆ ਗਏ, ਨੀਵਾ ਨਿਰਵਾਣਤਾ ਪਾਣੀ ਵਰਗੀ ਹੋਵੇਗੀ। ਸਪਤਮ ਆਹੈ ਧਾਰਨਾ ਅੰਗਾ, ਤਿਸ ਸਰੂਪ ਸੁਣੀਏ ਰੁਚ ਸੰਗਾ। ਗੁਰੂ ਸਾਹਿਬ ਆਖਣ ਲੱਗੇ ਰਾਜਨ, ਧਾਰਨਾ ਜੀਵਨ ਵਿੱਚ ਹੋਣੀ ਚਾਹੀਦੀ ਹੈ, ਗੁਰੂ ਦੇ ਸਰੂਪ ਦੀ ਧਾਰਨਾ। ਅਸਲ ਵਿੱਚ ਰੱਬ ਦਾ ਕੋਈ ਸਰੂਪ ਨਹੀਂ ਹੈ। ਮਤ ਭਲੇ ਕਰ ਜਿਓ ਵੀ ਰੱਬ ਬੰਦਿਆਂ ਵਰਗਾ, ਦਾੜੀਆਂ ਮੁੱਛਾਂ ਵਾਲਾ ਹੋਣਾ, ਬਹੁਤ ਵੱਡੀ ਪੱਗ ਬੰਨੀ ਹੋਣੀ, ਇਸਲਾਮ ਵਾਲੇ ਕਹਿੰਦੇ ਟੋਪੀ ਪਾਈ ਹੋਣੀ, ਸਨਾਤਨ ਵਾਲੇ ਕਹਿੰਦੇ ਬੋਤੀ ਰੱਖੀ ਹੋਣੀ। ਇਹ ਸਾਰੇ ਕੀਰਤਨ ਨਾਮ ਨੇ ਉਹਦੀ ਕੀਰਤਨ।
ਕਿਸੇ ਨੇ ਕਿਹੋ ਜਿਹਾ ਸਰੂਪ ਚਿਤ ਵਿਆ ਹੈ, ਕਿਸੇ ਨੇ ਕਿਹੋ ਜਿਹਾ ਚਿਤ ਵਿਆ ਏ। ਉਹ ਤੇ ਬ੍ਰਹਿਮੰਡ ਦਾ ਮਾਲਕ ਹੈ, ਸਾਰੇ ਰੂਪ ਉਹਦੇ ਨੇ, ਪਰ ਉਹਦਾ ਆਪਣਾ ਰੂਪ ਵੀ ਕੋਈ ਨਹੀਂ ਹੈ। ਉਹ ਤੋਂ ਅਨੇਕਾਂ ਰੂਪ ਨੇ ਤੇ ਅਨੇਕਾਂ ਤੋਂ ਆਪ ਇੱਕ ਹੈ। ਉਹ ਹਰ ਰੂਪ ਵਿੱਚ ਹੈ, ਹਰ ਰੂਪ ਵਿੱਚ ਹੈ। ਭਾਵੇਂ ਉਹ ਸਾਡੇ ਬਲੱਡ ਦੇ ਸੈੱਲ ਹੁਣ ਛੋਟੇ ਛੋਟੇ, ਉਹ 'ਚ ਵੀ ਆਪ ਵਸਦਾ ਹੈ, ਰੂਹ ਉਹਨਾਂ ਵਿੱਚ ਵੀ ਹੈ, ਆਤਮਾ ਉਹਨਾਂ ਵਿੱਚ ਵੀ ਹੈ। ਉਹ ਬਲੱਡ ਸੈੱਲ ਵੀ ਸਾਡੇ ਡੈਡ ਹੁੰਦੇ ਆ, ਜੰਮਦੇ ਮਰਦੇ ਆ। ਬੈਕਟੀਰੀਆ, ਪ੍ਰੋਟੋਜ਼ੋਆ, ਛੋਟੇ ਛੋਟੇ ਸੈੱਲ, ਅਣੂ, ਪਰਮਾਣੂ, ਜਿਨ੍ਹਾਂ ਦੇ ਪਰਥਾਏ ਬਾਣੀ ਲਿਖਦੀ, ਉਹ ਵੀ ਜੰਮ ਮਰ ਰਹੇ ਆ। ਆਤਮਾ ਨੂੰ ਤੁਸੀਂ ਕਿਹੜਾ ਰੂਪ ਦਿਓਗੇ ਕਿ ਕਿੰਨਾ ਕੁ ਬੜੀ ਹੈ? ਕੁਝ ਚੀਜ਼ਾਂ ਐਸੀਆਂ ਨੇ ਜੋ ਅਸੀਂ ਮਾਈਕਰੋਸਕੋਪ ਨਾਲ ਵੇਖਦੇ ਹਾਂ, ਪਰ ਉਹਨਾਂ ਦੇ ਵਿੱਚ ਵੀ ਤੇ ਰੂਹਾਂ ਨੂੰ ਫਿੱਟ ਕਿਵੇਂ ਕਰ ਲਓਗੇ, ਕਿਵੇਂ ਕੱਢ ਲਾਓਗੇ? ਮਤਲਬ ਉਹ ਸਾਰੀਆਂ ਥਾਵਾਂ 'ਚ ਸਾਰਿਆਂ ਰੂਪਾਂ ਦੇ ਵਿੱਚ ਹੈ। ਸਰਬੇ ਰੰਗੀ ਰੂਪੀ ਤੂੰ ਹੈ। ਤੇਰੇ ਰੰਗ ਸਾਰੇ ਨੇ, ਤੇਰੇ ਰੂਪ ਸਾਰੇ ਨੇ। ਜਿਹੋ ਜੀ ਕੋਈ ਭਾਵਨਾ ਬਣਾ ਲੈਂਦਾ ਤੂੰ ਉਹੋ ਜਿਹਾ ਹੋ ਕੇ ਦਿਸਦਾ। ਜੇ ਕਿਸੇ ਨੇ ਆਖਿਆ ਨਾ ਪਰਮਾਤਮਾ ਇਹੋ ਜਿਹਾ ਹੈ, ਉਹੀ ਰੂਪ ਮਿਲਦਾ ਹੈ। ਸੁਭਾਵਿਕ ਗੱਲ ਹੈ, ਤੁਸੀਂ ਕੋਈ ਤਸਵੀਰ, ਭਾਵੇਂ ਆ ਜਿੰਨੀਆਂ ਫੋਟੋਆਂ ਕਾਲਪਨਿਕ ਨੇ, ਬੰਦਿਆਂ ਨੇ ਬਣਾਈਆਂ, ਕਿਸੇ ਦੀ ਜ਼ਰੂਰਤ ਹੈ ਰੱਬ ਸਾਹਮਣੇ ਬਹਿ ਕੇ ਫੋਟੋ ਬਣਾ ਲੈ? ਕੋਈ ਨਹੀਂ ਨਾ, ਕਿਉਂਕਿ ਜਿਹਨੇ ਉਹਨੂੰ ਵੇਖ ਲਿਆ ਉਹ ਇਹਨਾਂ ਕੰਮਾਂ ਜੋਗਾ ਹੀ ਨਹੀਂ ਰਹਿੰਦਾ। ਮੰਨ ਲਓ ਤੁਸੀਂ ਕਿਸੇ ਤਸਵੀਰ ਦਾ ਧਿਆਨ ਰੱਖਿਆ ਬਚਪਨ ਤੋਂ ਲੈ ਕੇ ਹੁਣ ਤੱਕ, ਤੁਹਾਡਾ ਧਿਆਨ ਹੈ ਕਿ ਗੁਰੂ ਨਾਨਕ ਸਾਹਿਬ ਕਿੱਦਾਂ ਦੇ ਆ। ਜਿੱਦਣ ਵੀ ਕਿਤੇ ਤੁਹਾਨੂੰ ਦੀਦਾਰ ਹੋਈ ਉਸੇ ਰੂਪ ਜੀ ਹੋਣਗੇ। ਜਦੋਂ ਵੀ ਕਿਤੇ ਹੋ ਕਿਸੇ ਨੇ ਵੇਖਿਆ ਗੁਰੂ ਸਾਹਿਬ ਹਲ ਬਾਉਂਦੇ ਆ, ਉਹਦੇ ਧਿਆਨ 'ਚ ਉਹੀ ਤਸਵੀਰ ਹੈ। ਕਿਸੇ ਨੇ ਵੇਖਿਆ ਸਿਰ ਤੇ ਮਾਲਾ ਪਾਈ ਹੈ, ਚੌਂਕੜਾ ਲਾ ਕੇ ਬੈਠੇ ਆ। ਕਿਸੇ ਦੇ ਧਿਆਨ 'ਚ ਰੱਖਿਆ ਭਾਈ ਬਾਲਾ ਮਰਦਾਨਾ ਨਾਲ ਬੈਠੇ। ਆਪਣਾ ਆਪਣਾ ਧਿਆਨ ਹੈ, ਤਸਵੀਰਾਂ ਗਲਤ ਨਹੀਂ ਨੇ, ਪਰ ਕਿਤੇ ਉਹ ਇੱਕ ਦਿਨ ਹਕੀਕਤ ਬਣ ਜਾਂਦੀਆਂ ਨੇ, ਅਫਸਾਨਾ ਬਣ ਜਾਂਦੀਆਂ ਨੇ। ਪਰਮਾਤਮਾ ਉਸੇ ਰੂਪ ਵਿੱਚ ਆਉਂਦਾ, ਉਹਦਾ ਕੋਈ ਪਾਰਟਿਕੂਲਰ ਰੂਪ ਨਹੀਂ ਹੈ। ਉਹ ਕਿਸੇ ਇੱਕ ਰੂਪ 'ਚ ਨਹੀਂ, ਜੋ ਰੂਪ ਵਿੱਚ ਹੋਏਗਾ ਤੇ ਜੰਮਣ ਮਰਨ 'ਚ ਹੋਏਗਾ। ਜੰਮਣ ਮਰਨ ਵਾਲੀਆਂ ਚੀਜ਼ਾਂ ਸ਼ੇਪ 'ਚ ਆਉਂਦੀਆਂ ਨੇ, ਉਹਦੀ ਸ਼ੇਪ ਕੋਈ ਨਹੀਂ, ਉਹਦਾ ਆਕਾਰ ਕੋਈ ਨਹੀਂ, ਕਿਉਂਕਿ ਸਭ ਕੁਝ ਉਹਦੇ ਆਕਾਰ ਤੋਂ ਬਣਿਆ ਹੋਇਆ ਹੈ ਤੇ ਸਾਰੇ ਹੀ ਉਹਦਾ ਰੂਪ ਹਨ ਤੇ ਉਹ ਸਾਰਿਆਂ 'ਚ ਹੀ ਹੈ। ਮਤਲਬ ਉਹ ਇੱਕ ਪਰਮ ਅੰਸ਼ ਹੈ, ਜਿਹਨੂੰ ਪਰਮ ਈਸ਼ਵਰ ਆਖਦੇ ਆ। ਉਹ ਕੋਈ ਬੰਦਿਆਂ ਵਰਗਾ ਨਹੀਂ ਹੈ। ਜੇ ਮੰਨ ਲਓ ਬੰਦਿਆਂ ਵਰਗਾ, ਫਿਰ ਤੇ ਬੰਦਿਆਂ ਦਾ ਰੱਬ ਹੋਇਆ। ਜਿਹੜੀਆਂ ਸੂਖਸ਼ਮ ਰੂਹਾਂ ਉਹ ਕਿਹੜਾ ਸੀ ਜਿਹਨੂੰ ਐਕਸੈਪਟ ਹੀ ਕਰਦੇ ਕਿ ਬੰਦਾ ਹੈ। ਜਿਸ ਪਰਮਾਤਮਾ ਨੂੰ ਜੀਵ ਜੰਤੂ ਬਨਸਪਤੀ ਖੰਡ ਬ੍ਰਹਿਮੰਡ ਸਾਰੇ ਮੱਥਾ ਟੇਕਦੇ ਆ, ਸਮੁੱਚਾ ਬ੍ਰਹਿਮੰਡ ਨਮਸਕਾਰ ਕਰਦਾ ਏ, ਉਹ ਕਿਤੇ ਬੰਦਿਆਂ ਵਰਗਾ ਨਹੀਂ ਹੈ। ਉਹ ਨਾਰਾਇਣ ਹੈ, ਹਰ ਰੂਪ ਦੇ ਵਿੱਚ ਹੈ। ਇੱਕ એનર્ਜੀ ਹੈ, ਇੱਕ ਆਤਮਾ ਹੈ, ਉਹ ਜਿਹਨੇ ਸਾਰੇ ਰੂਪ ਬਣਾਏ ਨੇ, ਪਰ ਆਪਣਾ ਰੂਪ ਉਹਦਾ ਕੋਈ ਨਹੀਂ। ਸਤਿਗੁਰ ਕਹਿੰਦੇ ਸਿੱਖ ਦੇ ਹਿਰਦੇ ਵਿੱਚ ਉਹਦਾ ਧਿਆਨ ਧਰਿਆ ਜਾਂਦਾ ਹੈ। ਉਹ ਤੁਰਦਾ ਫਿਰਦਾ ਵੀ ਖਿਆਲ ਉਹਦਾ ਹੀ ਰੱਖਦਾ, ਹਰ ਵੇਲੇ ਖਿਆਲ ਉਹਦੇ। ਗੁਰੂ ਸਾਹਿਬ ਰਹਿੰਦੇ ਆ, ਉਹਨੂੰ ਕਹਿੰਦੇ ਸਿਮਰਨ, ਚਿੱਤ 'ਚ ਚਿਤਾਰਨਾ, ਚੇਤੇ ਰੱਖਣਾ। ਜਿਵੇਂ ਮਾਂ ਬਾਪ ਨੂੰ ਆਪਾਂ ਹਰ ਵੇਲੇ ਯਾਦ ਰੱਖਦੇ, ਮਾਂ ਕੀ ਭੁੱਲਦੀ ਹੈ? ਕੋਈ ਹੋਣ ਗੁਰਾ ਜੀ ਨੂੰ ਆਪਣੀ ਮਾਂ ਯਾਦ ਨਹੀਂ ਆਉਂਦੀ ਜਿਹੜਾ ਮਾਂ ਨਾਲ ਗੱਲ ਨਹੀਂ ਕਰਦਾ। ਮਾਂ ਮਨੁੱਖ ਨੂੰ ਹਰ ਵੇਲੇ ਇੱਥੇ ਬੈਠੀ ਦੁਕਾਨ 'ਚ ਤੁਰਦਾ ਫਿਰਦਾ ਹੈ, ਦੋਸਤ ਨਾਲ ਬੈਠਾ ਹੈ, ਪਤਨੀ ਨਾਲ ਬੈਠਾ, ਕਿਤੇ ਵੀ ਹੈ, ਪਰ ਖਿਆਲ ਆਉਂਦਾ ਮੇਰੀ ਮਾਂ ਨੇ ਰੋਟੀ ਖਾਧੀ ਕਿ ਨਹੀਂ, ਮਾਂ ਨੇ ਚਾਹ ਪਾਣੀ ਪੀਤਾ ਹੋਊ ਕਿ ਨਹੀਂ, ਉਹ ਦੁਖੀ ਤੇ ਨਹੀਂ, ਅੱਜ ਕੋਈ ਰੋਗ ਤੇ ਨਹੀਂ ਹੋਣਾ ਉਹਨੂੰ। ਤੇ ਜਦੋਂ ਮਨ 'ਚ ਖਿਆਲ ਆਉਂਦਾ ਬੱਚਾ ਉਹਦੀ ਫੋਨ ਮਾਰਦਾ ਕਿ ਮੰਮੀ ਠੀਕ ਹੋ ਤੁਸੀਂ? ਕੋਈ ਹੈ, ਭਾਵੇਂ ਨਾਸਤਕ ਦਾ ਬੱਚਾ ਹੈ, ਆਸਤਕ ਦਾ ਬੱਚਾ ਹੈ। ਹੁਣ ਮਾਂ ਨੂੰ ਯਾਦ ਕਰਨ ਵਾਸਤੇ ਢੋਲਕੀ ਤਬਲਾ ਬਾਜਾ ਵਜਾਇਆ ਕਿਸੇ ਨੇ? ਜਾਂ ਕਦੇ ਮਾਂ ਆਪਣੇ ਪੁੱਤ ਨੂੰ ਯਾਦ ਕਰਨ ਵਾਸਤੇ ਆਖਿਆ ਕਿ ਸੰਖ ਵਜਾਉਂਗੀ ਤਾਂ ਮੇਰੇ ਮੁੰਡੇ ਨੂੰ ਮੇਰਾ ਚੇਤਾ ਹੋਣਾ, ਤੇ ਤਾਂ ਖਿਆਲ ਚ ਨਹੀਂ, ਅੰਦਰੋਂ ਹੀ ਚੇਤਾ ਹੈ। ਤੁਰਦੇ ਫਿਰਦੇ ਆ, ਦਿਖਾਵਾ ਕਰਨ ਦੀ ਲੋੜ ਨਹੀਂ। ਕਿਤੇ ਰੱਬ ਦੇ ਪਿਆਰੇ ਫਿਰ ਇਸ ਸਟੇਜ ਉੱਤੇ ਆ ਜਾਂਦੇ ਆ, ਉਹ ਚੱਲਦੇ ਫਿਰਦੇ ਕੰਮਕਾਰ ਕਰਦੇ ਹੋਏ ਚਿੱਤ ਵਿੱਚ ਯਾਰ ਹੈ ਤੇ ਹੱਥ ਨਾਲ ਕਾਰ ਹੈ। ਉਹ ਦੁਨਿਆਵੀ ਕੰਮ ਕਰਦੇ ਆ, ਕਿਰਤ ਕਰਦੇ ਆ ਆਪਣੀ, ਪਰ ਚਿਰਤ ਚੇਤਾ ਉਹਨਾਂ ਦਾ ਰੱਬ ਨਾਲ ਜੁੜਿਆ ਹੁੰਦਾ ਏ। ਮਨ ਸਕਲਪ ਵਿਖੇ ਜੀ ਜਾਵਹਿ, ਪੁਨ ਮਨ ਰੋਕ ਸ਼ਬਦ ਮਹਿ ਲਾਵਹਿ। ਜੇ ਉਹਨਾਂ ਦਾ ਮਨ ਕਿਤੇ ਸੰਕਲਪ ਵਾਲੇ ਪਾਸੇ ਜਾਵੇ, ਮਤਲਬ ਖਿਆਲ ਕੋਈ ਆਵੇ, ਪਾਠ ਕਰਦੇ ਆ, ਬਾਣੀ ਪੜ੍ਹਦੇ ਆ, ਸੇਵਾ ਕਰਦੇ ਆ, ਕਿਤੇ ਇੰਨੇ ਜੋਗੇ ਹਨ ਉਹ ਉਸੇ ਵੇਲੇ ਆਪਣਾ ਸੰਕਲਪ ਰੋਕ ਲੈਂਦੇ। ਅਸੀਂ ਵੀ ਰੋਕ ਸਕਦੇ। ਅਸੀਂ ਕੀ ਕਰਦੇ ਆ, ਜਿੱਦਣ ਸਾਡਾ ਬਾਣੀ ਪੜ੍ਹਦੇ ਪੜ੍ਹਨ ਲੱਗੇ ਸੋਚੀਦਾ ਚੱਲ 12 ਵਧੀਆ ਰਹਿ ਗਏ, ਫੇਰ ਪੜ੍ਹ ਦਾਂਗੇ, ਰੱਖ ਦੋ ਗੁਰਦਾਸ ਸਾਹਿਬ ਅੰਦਰ ਹੀ ਨੀਂਦ ਆਉਂਦੀ ਹੈ। ਇੱਕ ਤਰੀਕਾ ਸਾਡੇ ਕੋਲ ਬੜਾ ਸੋਹਣਾ, ਕਾਹਨੂੰ ਬੇਅਦਬੀ ਕਰਨੀ ਹੈ, ਨੀਂਦ ਆਉਂਦੀ ਰੱਖ ਦੇ। ਮਤਲਬ ਮਨ ਨੂੰ ਭੱਜਣ ਦਾ ਇੱਕ ਰਸਤਾ ਏ।
ਵੀ ਆਹ ਤਰੀਕਾ ਬਣਾ ਕੇ ਤੂੰ ਖਹਿੜਾ ਛੜਾ ਸਕਦਾ। ਪਰ ਗੁਰੂ ਸਾਹਿਬ ਕਹਿੰਦੇ ਜਿਹੜੇ ਜੁੜੇ ਹੋਏ ਨੇ ਉਹ ਮਨ 'ਚ ਪਹਿਲਾਂ ਤੇ ਖਿਆਲ ਆਉਂਦਾ ਨਹੀਂ, ਚਲੋ ਜੇ ਕਿਤੇ ਕਿਸੇ ਕਰਮ ਕਰਕੇ ਆ ਵੀ ਗਿਆ ਨਾ, ਉਹ ਉਸੇ ਖਿਆਲ ਨੂੰ ਉਸੇ ਪਲ ਹਿਰਦੇ 'ਚੋਂ ਕੱਢ ਦਿੰਦੇ ਨੇ। ਜਬ ਮਨ ਟਿਕਿਓ ਘਟੀ ਦੋ ਚਾਰਾ, ਇਹ ਕੋ ਨਾਮ ਸਮਾਦ ਉਚਾਰਾ। ਕਹਿੰਦੇ ਜਦੋਂ ਇਹ ਮਨ ਟਿਕ ਜਾਂਦਾ ਇੱਕ ਘੜੀ ਦੋ ਘੜੀ, ਕਹਿੰਦੇ ਉਹਨੂੰ ਸਮਾਧੀ ਕਹਿੰਦੇ। ਘੜੀ ਕਿੰਨੇ ਆ? 23.5 ਮਿੰਟ 24 ਮਿੰਟ ਦੀ ਘੜੀ ਮੰਨੀ ਜਾਂਦੀ। ਬਾਣੀ ਲਿਖਦੀ ਹੈ ਕਬੀਰ ਏਕ ਘੜੀ ਆਤੀ ਹੂਬੇ ਆਦ, ਭਰਤਨ ਸੇਤੀ ਗੋਸਤੇ ਜੋਗੀ ਨੇ ਸੋਨਾਬ। ਕਹਿੰਦੀ ਅੱਧੀ ਘੜੀ ਵੀ ਕੋਈ ਜੁੜ ਗਿਆ ਨਾ, ਜਿਉਂਦਾ ਜੀ ਸੱਚਖੰਡ ਦਾ ਆਨੰਦ ਮਾਣੇਗਾ, ਜਿਉਂਦਾ ਮੁਕਤ ਹੈ। ਅੱਧਾ ਘੰਟਾ ਵੀ ਕਿਤੇ ਚਿੱਤ ਜੁੜ ਗਿਆ ਨਾ, ਮਨ ਜੁੜ ਗਿਆ, ਕਹਿੰਦੇ ਉਹਦੇ ਵਰਗਾ ਰਸ ਕੋਈ ਨਹੀਂ। ਉਹਨੂੰ ਕਹਿੰਦੇ ਸਮਾਧੀ। ਸਮਾਧੀ ਉਹਨੂੰ ਕਹਿੰਦੇ ਆ। ਅਸੀਂ ਆਪਣੇ ਮਨ ਨੂੰ 1 ਸੈਕਿੰਡ ਕਿੰਨਾ, ਅੱਖ ਦਾ ਫਰਕਾ ਕਿੰਨਾ, ਇੰਨੀ ਦੇਰ ਵੀ ਜੋੜ ਨਹੀਂ ਸਕਦੇ। ਜੇ ਕੋਈ ਜੋੜਦਾ ਤੇ ਜੋੜ ਕੇ ਵਿਖਾਵੇ। ਅੱਖ ਦੇ ਫਰਕੇ ਜਿੰਨੇ ਖਿਆਲ ਵਿੱਚ ਵੀ ਮੈਂ ਆਪਣਾ ਮਨ ਕਾਬੂ ਕਰ ਲਿਆ ਜੀ, ਇਹ ਨਹੀਂ ਖਿਆਲ ਕਰ। ਇੱਥੇ ਬੈਠਾ ਵੀ ਸੋਚੀ ਜਾਂਦਾ ਵੀ ਅੱਖ ਦਾ ਫਰਕਾ ਪੂਰਾ ਹੋਇਆ ਕਿ ਨਹੀਂ। ਇਹ ਬਹੁਤ ਖਤਰਨਾਕ ਹੈ। ਇਸੇ ਕਰਕੇ ਬਾਣੀ ਨੇ ਲਿਖਿਆ ਨਾ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਫਿਰਨਾ ਰਹਿਤ ਹੈ, ਮੈਂ ਚਾਰੇ ਗੁੰਡਾ ਮੱਲੇ। ਕਹਿੰਦੇ ਲੋਭੀ ਮਨ, ਲੋਭੀ ਜੀੜਾ ਇੱਕ ਪਲ 1 ਸੈਕਿੰਡ ਵੀ ਰੁਕਦਾ ਨਹੀਂ, ਟਿਕਦਾ ਨਹੀਂ। ਦੀਨ ਦੁਨੀਆ ਦੇ ਮਾਲਕ ਕਹਿੰਦੇ ਜੇ ਕਿਸੇ ਨੇ ਟਿਕਾ ਲਿਆ ਨਾ, ਇਹ ਸਮਾਧੀ ਕਹਿੰਦੇ ਆ। ਰੱਬ ਦੇ ਪਿਆਰਿਆਂ ਦੀ ਸਮਾਧੀ 8 ਪੈਰ ਲੱਗੀ ਰਹਿੰਦੀ। ਉਹ ਜਿੱਥੇ ਬੈਠੇ ਸਮਾਧੀ ਚ ਨੇ, ਪਰਿਵਾਰ ਨਾਲ ਗੱਲਾਂ ਕਰਦੇ ਆ, ਲੋਕਾਂ ਨਾਲ ਗੱਲਾਂ ਕਰਦੇ, ਸਮਾਧ ਚ ਬੈਠੇ ਆ। ਸੁਣ ਜੋ ਸਮਾਧ ਲੱਗੀ ਨਾਲ ਪਰਮਾਤਮਾ ਦੇ ਵਿਰਲੇ ਸਰੂਪੇ ਹੁੰਦੇ ਫਕਰ ਹੋਣੇ ਨਾਲ, ਉਹਦੇ ਵਿਰਲੇ ਜਿਹੜੇ ਇਸ ਗੱਲ ਨੂੰ ਜਾਣਦੇ। ਕਿ ਅਸੀਂ ਵੇਖਦੇ ਹਾਂ ਬਾਹਰ ਦੀਆਂ ਸਮਾਧੀਆਂ 8 ਘੰਟੇ ਬੈਠੀ ਨਹੀਂ। ਜੇ ਤੁਹਾਡਾ ਅੱਧਾ ਘੰਟਾ ਵੀ 15 ਮਿੰਟ ਵੀ ਗੁਰੂ ਨਾਲ ਜੁੜਦੇ ਆਨੰਦ ਆਉਂਦਾ ਨਾ, ਸਮਝ ਲਓ ਸਤਿਗੁਰਾਂ ਨੇ ਬੜੀ ਵੱਡੀ ਮਿਹਰ ਤੁਹਾਡੇ ਤੇ ਕੀਤੀ ਹੋਈ ਹੈ। ਮਾਣ ਨਾ ਆਵੇ ਕਦੇ ਗੁਰੂ ਨੇ ਬਾਹ ਫੜੀ ਹੋਈ ਹੈ। ਸ਼ਬਦ ਵਿਖੇ ਜਬ ਲੱਗੀ ਸਮਾਦ, ਤਿਸੈ ਵਧਾਵੇ ਤਨ ਮਨ ਸਾਧ। ਹੁਣ ਤਨ ਮਨ ਸਾਧਨ ਵਾਲੇ ਨਾ ਸ਼ਬਦ ਨਾਲ ਲੱਗੀ ਹੋਈ ਸਮਾਧੀ ਵਧਾ ਲੈਂਦੇ ਆ। ਸੁਭਾਵਿਕ ਗੱਲ ਆ ਕਿ ਰਸ ਵਧੀ ਜਾਂਦਾ ਹੈ। ਪਹਿਲੇ ਦਿਨ ਬੰਦਾ ਕਹਿੰਦਾ ਅੱਜ ਮੈਂ 15 ਮਿੰਟ ਸਿਮਰਨ ਕੀਤਾ, ਹੁਣ ਮਨ ਕਹਿੰਦਾ ਮੈਂ 20 ਮਿੰਟ ਕਰਾਂ, ਅੱਧਾ ਘੰਟਾ। ਆਨੰਦ ਵਧੀ ਜਾਂਦਾ ਹੈ। ਉਹੀ ਹੁੰਦੇ ਆ ਜਿਹੜੇ ਕਦੇ 15 ਮਿੰਟ ਸੰਗਤ ਚ ਨਹੀਂ ਸੀ ਬੈਠੇ, ਹੁਣ 2-2 ਘੰਟੇ ਕੋਈ ਉਠਾਵੇ, ਕਹਿੰਦੇ ਭਾਈ ਆਵਾਜ਼ ਨਾ ਮਾਰ, ਉਠਾ ਨਾ, ਮੈਨੂੰ ਬੜਾ ਆਨੰਦ ਕੀਰਤਨ ਵਿੱਚ ਆ ਰਿਹਾ ਹੈ, ਮੈਂ ਬਹੁਤ ਖੁਸ਼ ਹਾਂ। ਮੈਂ ਬੜੇ ਗੁਰਸਿੱਖ ਵੇਖ ਕੇ ਸੱਚਖੰਡ ਹਰਿਮੰਦਰ ਸਾਹਿਬ ਦੀ ਧਰਤੀ 8-8 ਘੰਟੇ ਚੌਂਕੜੇ ਲੱਗੇ ਹੋਏ ਆ। ਉਹ ਸਾਡੇ ਵਾਲਾ ਲਾਣਾ ਨਹੀਂ ਹੈ ਵੀ ਕੈਮਰੇ ਦੇ ਪਿੱਛੇ ਬੈਠਣਾ, ਪਤਾ ਲੱਗੇ ਵੀ ਫਲਾਣਾ ਸਿੰਘ ਹਰਿਮੰਦਰ ਸਾਹਿਬ ਗਿਆ। ਆ ਤੇ ਭੇਡ ਚਾਲ ਆ ਲੋਕਾਂ ਦੀ ਵੀ ਮੈਨੂੰ ਵੇਖਣ ਮੈਂ ਕਿੱਥੇ ਹਾਂ। ਪਿੰਗੇ ਟੇਢੇ ਹੋ ਜਾਣਗੇ ਰਾਗੀਆਂ ਦੇ ਪਿੱਛੇ ਬੈਠੇ। ਹੰਕਾਰ ਹੈ, ਹਉਮੈ ਹੈ, ਪਰ ਉਹ ਰੂਹਾਂ ਕਿੱਥੇ ਬੈਠੀਆਂ ਨੇ? ਕੋਈ ਪ੍ਰਕਰਮਾਂ 'ਚ ਬੈਠਾ ਹੈ, ਕੋਈ ਉੱਪਰ ਬਿਲਡਿੰਗ 'ਚ ਚੌਂਕੜਾ ਲਾ ਕੇ ਬੈਠਾ ਹੈ। ਬੜੇ ਸੋਹਣੇ ਆਨੰਦ 'ਚ ਚੌਂਕੜੇ ਲੱਗੇ ਆ, ਨੇਤਰ ਬੰਦ ਨੇ, ਧਿਆਨ 'ਚ ਜੁੜੇ ਆ। ਪਤਾ ਕਰੋ ਕਿੰਨੀ ਦੇਰ ਦਾ ਬੈਠਾ। ਕੋਈ ਕਹਿੰਦਾ ਜੀ 5 ਘੰਟੇ ਹੋ ਗਏ ਬੈਠੇ, 6 ਹੋ ਗਏ, 4 ਹੋ ਗਏ। ਐਸੇ ਗੁਰਮੁਖ ਪਿਆਰੇ ਤੁਹਾਨੂੰ ਉੱਥੇ ਅੱਜ ਵੀ ਮਿਲਣਗੇ। ਰੱਬ ਰੰਗੀਆਂ ਰੂਹਾਂ। ਇੱਕ ਮੇਰੇ ਵਰਗਾ ਹੁੰਦਾ ਹੈ, 5 ਮਿੰਟ ਬੈਠਾ ਕੋਈ ਲੰਗਰ ਦੇ ਖਿਆਲ ਆਈ ਜਾਂਦੇ, ਫਿਰ ਖਿਆਲ ਆਉਂਦਾ ਸ਼ੌਪਿੰਗ, ਫਿਰ ਖਿਆਲ ਆ ਜਾਂਦਾ ਕਿਤੇ ਟ੍ਰੇਨ ਹੀ ਨਾ ਲੰਘ ਜੇ, ਬੱਸ ਹੀ ਨਾ ਲੰਘ ਜੇ। ਉਹ ਗੱਡੀ ਪਾਰਕਿੰਗ 'ਚ ਖੜੀ ਵੀ ਹੈ, ਟੋਕਨ ਲੈ ਲਿਆ ਸੀ, ਚਾਬੀ ਹੈਗੀ ਕੋਲੇ, 3600 ਖਿਆਲ। ਕਮਰੇ 'ਚ ਫੋਨ ਚਾਰਜ ਲੱਗਾ ਹੋਇਆ, ਸਾਡਾ ਤੇ ਨਹੀਂ ਖੜਾ ਸਕਦਾ। ਪਰ ਬੜੀਆਂ ਰੂਹਾਂ ਅੱਜ ਵੀ ਬੈਠੀਆਂ ਉੱਥੇ। ਪਤਾ ਹੀ ਨਹੀਂ ਲੱਗਦਾ ਕਿੰਨੀ ਵਾਰ ਕਿੰਨੇ ਰਾਗੀ ਬਦਲ ਗਏ, ਕਿੰਨੀਆਂ ਚੌਂਕੀਆਂ ਹੋ ਗਈਆਂ। ਸਤਿਗੁਰ ਕਹਿੰਦੇ ਸ਼ਬਦ ਦੇ ਜੁੜੇ ਹੋਏ ਭਿੱਜੇ ਹੋਏ, ਉਹਨਾਂ ਨੂੰ ਪੁੱਛੋ ਕਿੰਨੀ ਦੇਰ ਹੋਈ ਹੈ, ਕਹਿੰਦੇ ਬਸ ਥੋੜਾ ਹੀ ਚਿਰ ਹੋਇਆ। ਮਤਲਬ 8 ਘੰਟੇ ਵੀ ਤੁਹਾਨੂੰ ਥੋੜਾ ਸਮਾਂ ਲੱਗੇਗਾ ਸੁਭਾਵਿਕ ਸਮਝਣ ਲਈ। ਕਦੇ ਕਦੇ ਕਥਾ 'ਚ ਤੁਹਾਡਾ ਇੰਨਾ ਮਨ ਲੱਗਦਾ ਹੈ, ਬੜੀਆਂ ਸੰਗਤਾਂ ਜਿਨ੍ਹਾਂ ਨੂੰ ਆਨੰਦ ਆਉਂਦਾ ਹੈ ਜੀ, ਬੜੇ ਪਿਆਰ 'ਚ ਬੈਠੇ, ਉੱਠ ਕੇ ਪਤਾ ਕੀ ਕਹਿਣਗੇ, ਕਹਿੰਦੇ ਅੱਜ ਤੇ ਪਤਾ ਨਹੀਂ ਲੱਗਿਆ ਕਿ 5 ਮਿੰਟਾਂ ਦੀ ਘੰਟਾ ਲੰਘ ਗਿਆ। ਇਹ ਕੀ ਹੈ? ਤੁਹਾਡੇ ਉਸ ਆਨੰਦ ਨੇ ਤੁਹਾਨੂੰ ਸਮੇਂ ਤੋਂ ਬਾਹਰ ਕਰਤਾ। ਤੁਸੀਂ ਉਸ ਸਮੇਂ ਵਿੱਚ ਫਸੇ ਹੀ ਨਹੀਂ। ਤੁਹਾਡਾ ਮਨ ਇੰਨਾ ਇਕਾਗਰਚਿਤ ਹੋਇਆ, ਰਸ ਇੰਨਾ ਆਇਆ, ਦੁਨੀਆ ਦਾ ਹੀ ਨਹੀਂ ਪਤਾ ਲੱਗਾ। ਬੰਦਾ ਕਹਿੰਦਾ ਅੱਜ ਨਹੀਂ ਮੈਨੂੰ ਪਤਾ ਲੱਗਾ ਸੀ, ਬੜਾ ਰਸ ਆਇਆ, ਬੜਾ ਆਨੰਦ ਆਇਆ। ਬਾਅਦ ਕਹਿੰਦੀ ਇਹ ਅਵਸਥਾ ਬੰਦਗੀ ਵਾਲਿਆਂ ਦੀ 8 ਪੈਰ ਬਣੀ ਰਹਿੰਦੀ ਹੈ। ਅਸ਼ਟ ਜਾਮ ਮਨ ਸ਼ਬਦ ਵਿਖੇ ਜਬ, ਪੂਰਨ ਹੋਤ
समाद भले तब। एक दिन ये समाधि ऐसी कृपा बन जाती, कहते अठे पैर भाव 24 घंटे गुरु दे शब्द दा जाप हिरदे विच ते रोम रोम चलदा है। जिहनूं सतगुरां दी बाणी कहंदी गुरमुख रोम रोम हर ध्यावै, भी ओदा एक एक वाल एक एक रोम एक एक केस भी वाहिगुरू नूं चेते करदा है। हुण जे आपां जिद नाल ला के वेखीए भी मैं ते अज अद्धा घंटा सिमरन करूं 15 मिनटां च तोबा हो जांदी है, ਇਹ ਚਿੱਤ ਚੇਤਾ ਹੈ ਅੰਦਰ ਚਲੀ ਜਾਂਦਾ। ਹੁਣ ਬਾਹਰੋਂ ਕੰਮਕਾਰ ਵੀ ਕਰਦੇ ਹੋ, ਭਾਵੇਂ ਗੱਡੀ ਚਲਾ ਰਿਹਾ ਕੋਈ, ਭਾਵੇਂ ਪਲੇਨ ਉਡਾਉਂਦਾ ਹੈ ਜਾਂ ਕੋਈ ਕਣਕ ਵੜਦਾ ਹੈ, ਕੋਈ 100 ਕੰਮ ਨੇ, ਪਸ਼ੂਆਂ ਨੂੰ ਪੱਠੇ ਪਾਉਂਦਾ, ਪਰ ਅੰਦਰ ਜਿਹੜੀ ਸੁਰਤਾ ਅੱਖੇ ਪੈਰ ਨਾ ਰੱਬ ਦੇ ਵਿੱਚ ਭਿੱਜੀ ਹੋਈ ਹੈ, ਉਹਨੂੰ ਸਾਰਾ ਕੁਝ ਚੰਗਾ ਲੱਗੀ ਜਾਂਦਾ ਹੈ। ਪਸ਼ੂ ਵੀ ਜੇ ਉਹ ਪੱਠੇ ਖਾ ਰਹੇ ਉਹ ਵੀ ਚੰਗੇ ਲੱਗਦੇ ਜੀ, ਰੱਬ ਪਰਮਾਤਮਾ ਵਰਤ ਰਹੇ ਹੈ, ਹੱਸੀ ਜਾਂਦੇ ਨੇ, ਖੁਸ਼ ਰਹਿੰਦੇ ਨੇ ਅੰਦਰ। ਤੇ ਅਸੀਂ ਕੰਮ ਕੋਈ ਵੀ ਕਰ ਲਈਏ, ਸਵੇਰੇ ਕੋਈ ਛੇੜ ਕੇ ਵੇਖ ਲਓ ਤਾਂ ਸੜੇ ਹੋਣੇ, ਦੁਪਹਿਰੇ ਵੇਖ ਲਓ ਤਾਂ ਮੂੰਹ ਬਣਿਆ ਹੋ, ਸ਼ਾਮੀ ਛੇੜ ਕੇ ਫੋਨ ਕਰ ਲਓ ਤਾਂ ਕੱਟ ਦੇਣਾ। ਕਿਉਂ? ਇੰਨੇ ਕਲਪੇ ਪਏ ਆ, ਇੰਨੇ ਕਲਪੇ ਪਏ ਆ, ਸੜ ਸੜ ਕੇ ਅੰਦਰ ਕੋਲਾ ਬਣਿਆ ਪਿਆ। ਹੁਣ ਕੋਲੇ ਦੀ ਭੱਠੀ ਕੋਲ ਜਾਓਗੇ ਸੁੱਖ ਤਾਂ ਨਹੀਂ ਮਿਲਣਾ, ਕੋਲਿਆਂ ਦੇ ਕੋਲ ਜਾਓਗੇ ਕਾਲਖ ਲੱਗੂਗੀ। ਦੁਖੀ ਬੰਦੇ ਕੋਲ ਬਹਿ ਕੇ ਵੇਖੋ ਆਪਣਾ ਸਕੂਨ ਲਵਾ ਲਓਗੇ, ਤੇ ਸੁਖੀ ਦੇ ਕੋਲ ਜਿਹਦਾ ਹਿਰਦਾ ਬੜਾ ਸੁਖੀ, ਜਿਹੜਾ ਖੁਸ਼ ਆ ਨਾ, ਮਨਮੁਖ ਸੜਿਆ ਬੰਦਾ ਵੀ ਕੋਲ ਬਹਿ ਕੇ ਕਹਿੰਦਾ ਮੈਂ ਫਲਾਣੇ ਗੁਰਮੁਖ ਕੋਲ ਬੈਠਾ ਸੀ, ਮੈਨੂੰ ਤੇ ਆਨੰਦ ਹੀ ਬੜਾ ਆਇਆ, ਉਹਦੀਆਂ ਗੱਲਾਂ ਬੜੀਆਂ ਚੰਗੀਆਂ, ਉਹਦਾ ਬਚਨ ਬੜਾ ਪਿਆਰਾ, ਉਹਦੇ ਕੋਲ ਬਹਿ ਕੇ ਚੰਗਾ ਲੱਗਦਾ। ਕਿਉਂ? ਕਿਉਂਕਿ ਉਹਦੇ ਵਿੱਚ ਵਾਈ ਬੰਦੀ ਬੰਦਗੀ ਦੀਆਂ ਵੇਵਸ ਹਨ। ਉਹ ਜਦ ਵੀ ਸਿਮਰਨ ਕਰਦੇ ਨੇ ਹਿਰਦੇ ਤੋਂ ਚੇਤੇ ਕਰਦੇ ਆ। ਇਸੇ ਕਰਕੇ ਨਾਮ ਜਪਣ ਵਾਲੀਆਂ ਰੂਹਾਂ ਕੋਲ ਬਹਿਣਾ ਬੜਾ ਚੰਗਾ ਲੱਗਦਾ ਹੈ। ਤੇ ਕਿਸੇ ਮਨਮੁਖ ਕੋਲ ਬਹਿ ਜਾਓ, ਸ਼ਰਾਬੀ ਕੋਲ ਬਹਿ ਜਾਓ, 5 ਮਿੰਟ ਬਹਿ ਜਾਓ, ਕਲਪ ਜਾਓਗੇ, ਕਿਉਂਕਿ ਤੁਹਾਡਾ ਵੇ ਹੀ ਨਹੀਂ ਆ ਉਹ, ਉਹਨੇ ਗੱਲਾਂ ਸ਼ਰਾਬ ਦੀਆਂ ਕਰੀ ਜਾਣੀਆਂ, ਸੜੀਆਂ ਹਉਮੈ ਦੀਆਂ ਗੱਲਾਂ। ਇਹੋ ਜਿਹੇ ਬੰਦੇ ਕੋਲ ਬਹਿ ਕੇ ਧਰਮੀ ਬੰਦਾ ਵੀ ਕਲਪ ਜਾਂਦਾ ਹੈ, ਸੜ ਜਾਂਦਾ ਅੰਦਰੋਂ, ਕਿਉਂਕਿ ਕੋਲੇ ਨੇ ਆਪਣਾ ਰੰਗ ਜ਼ਰੂਰ ਵਿਖਾਉਣਾ। ਤੁਸੀਂ ਕੋਲੇ ਨੂੰ ਦੁੱਧ ਪਾ ਧੋਈ ਜਾਓ, ਕਦੀ ਚਿੱਟਾ ਨਹੀਂ ਹੋਣਾ। ਦੁੱਧ ਪਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਕਿਸੇ ਨੇ ਦਹੀਂ ਵਿੱਚ ਵੀ ਡੁਬੋਇਆ, ਦੁੱਧ ਵਿੱਚ ਵੀ ਡੁਬੋਇਆ, ਪਰ ਕੋਲਾ ਹਮੇਸ਼ਾ ਕਾਲਾ ਹੀ ਰਹੇਗਾ। ਮਨਮੁਖ ਬੰਦੇ ਨੂੰ ਸਤਸੰਗ ਲੈ ਲਓ, ਗੁਰੂ ਘਰ ਲੈ ਲਓ, ਭਗਤੀ ਕਰਾ ਲਓ, ਰਹਿਣਾ ਕਾਲੇ ਦਾ ਗਲਾ ਹੀ ਹੈ। ਪਰ ਜਿਹੜੇ ਅੰਦਰੋਂ ਜੁੜ ਗਏ ਨਾ, ਉਹਨਾਂ ਤੇ ਸੇਕ ਨਹੀਂ ਕਿਸੇ ਦਾ ਲੱਗਦਾ। ਮਰਦ ਕਹਿੰਦੇ ਉੱਠੇ ਪੈਰ 24 ਘੰਟੇ ਅੰਦਰ ਤੋਂ ਜੁੜ ਕੇ ਸਦਾ ਸੁਖੀ ਰਹਿੰਦੇ ਨੇ। ਦੋਹਰ ਭਗਤ ਜੋਗ ਇਹ ਜਾਣੀਏ, ਕਲ ਮਹਿ ਪੰਥ ਸੁਖੇਨ। ਇੱਥੇ ਪ੍ਰਸੰਗ ਦੀ ਸਮਾਪਤੀ ਸਤਿਗੁਰਾਂ ਨੇ ਕੀਤੀ। ਕਹਿੰਦੇ ਭਗਤ ਯੋਗ ਹੈ ਭਾਈ, ਕਲਯੁਗ ਦੇ ਵਿੱਚ ਬਹੁਤ ਬਹੁਤ ਸੌਖਾ ਰਾਹ ਹੈ। ਕਿੰਨਾ ਸੋਹਣਾ ਮਹਾਰਾਜ ਨੇ ਦੱਸਿਆ, ਸੰਗਤ ਵਿੱਚ ਆਓ, ਬੰਦਗੀ ਕਰੋ, ਨਾਮ ਜਪੋ। ਰਾਜੇ ਸ਼ਿਵਨਾਭ ਨੇ ਚਰਨਾਂ ਤੇ ਮੱਥਾ ਟੇਕਤਾ, ਕਹਿੰਦਾ ਪਾਤਸ਼ਾਹ ਅੰਦਰ ਤਰ ਗਿਆ, ਕਸ਼ਟ ਯੋਗ ਮੈਥੋਂ ਕਦੇ ਨਹੀਂ ਸੀ ਹੋਣਾ, ਪਰ ਭਗਤ ਯੋਗ ਮੈਂ ਧਾਰਨ ਕਰ ਸਕਦਾ। ਗੁਰੂ ਬਾਬਾ ਜੀ ਨੇ ਰਾਜੇ ਸ਼ਿਵਨਾਭ ਨੂੰ ਉਪਦੇਸ਼ ਦੇ ਕੇ ਉਹਦਾ ਜੀਵਨ ਏਡਾ ਮਹਾਨ ਬਣਾਤਾ, ਆਪਣਾ ਹੀ ਸਰੂਪ ਬਣਾ ਲਿਆ। ਹੁਣ ਇੱਥੇ ਗਿਆਨ ਦੇ ਪ੍ਰਸੰਗਾਂ ਦੀ ਸਮਾਪਤੀ ਹੈ। ਅੱਗੇ ਜੋ ਕੁਝ ਹੋਣਾ ਸੰਗਲਾਦੀਪ ਦੇ ਵਿੱਚ, ਕਿਉਂਕਿ ਰਾਜੇ ਨੂੰ ਬਹੁਤ ਵੱਡਾ ਗਿਆਨ ਮਹਾਰਾਜ ਨੇ ਬਖਸ਼ਿਆ ਤੇ ਆਪਣੇ ਬਹੁਤ ਵੱਡੇ ਭਾਗ ਸੀ। ਤੁਸੀਂ ਬੜੇ ਪਿਆਰ ਠਰਮੇ 'ਚ ਬਹਿ ਕੇ, ਸਹਿਣਸ਼ੀਲਤਾ 'ਚ ਬਹਿ ਕੇ ਇਹਨੂੰ ਸੁਣਿਆ, ਕਿਉਂਕਿ ਆਹ ਚੀਜ਼ਾਂ ਸੁਣਨੀਆਂ ਬਹੁਤ ਔਖੀਆਂ ਨੇ। ਸੱਚੀ ਗੱਲ ਹੈ, ਸੁਣਾਉਣੀਆਂ ਵੀ ਔਖੀਆਂ, ਸੁਣਨੀਆਂ ਵੀ ਔਖੀਆਂ, ਕਿਉਂਕਿ ਇਹਦੇ ਲਈ ਚਾਹੀਦੀ ਸਹਿਣਸ਼ੀਲ। ਜਿਹੜੇ ਤੇ ਹੁੰਦੇ ਨਾ ਸਾਖੀਆਂ ਦੇ ਪੁਜਾਰੀ, ਉਹ 3-4 ਦਿਨ ਤੋਂ ਛੁੱਟੀ ਤੇ ਨੇ, ਕਹਿੰਦੇ ਜਿੱਦਣ ਸ਼ੁਰੂ ਹੋਊ ਤੇ ਭਾਈ ਸਾਹਿਬ ਦੱਸ ਦਿਓ ਬੜਾ ਜਵੀ ਪ੍ਰਸੰਗ ਅਗਲਾ ਕਦਮ ਸ਼ੁਰੂ ਉੱਥੇ ਇਦਾਂ ਦੇ ਬੜੇ। ਪਰ ਜਿਹਨਾਂ ਨੂੰ ਆਨੰਦ ਆਉਂਦਾ ਉਹ ਕਹਿੰਦੇ ਜੀ ਵਾਹ ਕਿਆ ਬਾਤ ਹੈ, ਇਹ ਤੇ ਜੀਵਨ ਜੋ ਧਾਰਨ ਕਰਨ ਵਾਲੀਆਂ ਗੱਲਾਂ ਨੇ। ਜੀਵਨ ਬਣਦਾ ਹੀ ਤਾਂ ਹੈ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਇਹ ਉਪਦੇਸ਼ ਭਗਤ ਯੋਗ ਤੇ ਕਸ਼ਟ ਯੋਗ ਕਿੰਨੇ ਪ੍ਰਕਾਰ ਦਾ, ਕਿੰਨੀ ਤਰ੍ਹਾਂ ਦਾ ਹੁੰਦਾ, ਸਿੱਖ ਦੇ ਜੀਵਨ 'ਚ ਕਿਵੇਂ ਆਏਗਾ, ਸਾਨੂੰ ਸਮਝਾਇਆ ਹੈ, ਸਾਡੀ ਝੋਲੀ ਪਾਇਆ। ਗੁਰੂ ਕਿਰਪਾ ਕਰਨ ਕਿਤੇ ਕਹਿਣ ਦਾ ਵੀ ਵਾਜੇ ਤੇ ਸਾਡਾ ਵੀ ਉਧਾਰ ਹੋ ਜੇ। ਵਾਹਿਗੁਰੂ 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 ਵਾਹਿਗੁਰੂ।